पहला घर भगवान अशल शराई न शले न काहू तारा कर सके जो साहिब रखे तो रहे इस लोभी का दियो टल पले अशल शलाई नह शले नह काहू कटारा कर सके ज्यों साहिब राखे त्यों रहे इस लोभी का दियो टल पले। वाहिगुरु जी का खालसा वाहिगुरु जी की फतेह। जुगो जुग अटाला चौर शस्त्र तक दे मालिक हाजरा हजूर राहरा जहूर सर्व कला प्रभु सतगुरु ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਆਪ ਗੁਰੂ ਪਿਆਰੀ ਸਵਾਰੀ ਆਪ ਗੁਰੂ ਸੰਤਾਂ ਨੇ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਕੀਤੇ। ਸਤਿਗੁਰਾਂ ਦਾ ਬਿਰਦ ਹੈ ਰੱਖੇ ਰਖਣਹਾਰ ਆਪ ਉਬਾਰੇ ਗੁਰ ਕੀ ਪੈਰੀ ਪਾਏ ਕਾਜ ਸਵਾਰਿਨ। ਜਿਹੜਾ ਵੀ ਜੀਵ ਮਹਾਰਾਜ ਦੇ ਚਰਨ ਫੜ ਲੈਂਦਾ ਉਹਨੇ ਕਾਰਜ ਕਰਨੇ ਆਪਣੇ ਸਾਰਿਆਂ ਦੇ। ਬੰਦਿਆਂ ਦੇ ਪੈਰ ਫੜ ਕੇ ਕੀ ਕਰਾਂਗੇ? ਇੱਕ ਵਾਰੀ ਬੰਦਾ ਦੇ ਦੇਗਾ, ਦੋ ਵਾਰੀ ਦੇ ਦੇਗਾ, ਤੀਜੀ ਵਾਰੀ ਤਾਂ ਕਹੇਗਾ ਭਾਈ ਹੁਣ ਮੈਂ ਨਹੀਂ ਦੇ ਸਕਦਾ। ਇਸ ਤਰ੍ਹਾਂ ਪਰਮੇਸ਼ਰ ਹੀ ਆ ਜਿਹੜਾ ਰੋਜ਼ ਹੀ ਮਹਾਰਾਜ ਆਪਾਂ ਨੂੰ ਸਵਾਸਾਂ ਦੀ ਪੂੰਜੀ ਦੇ ਰਿਹਾ। ਕਈ ਵਾਰੀ ਸਿਹਤ ਨਾ ਠੀਕ ਹੋਵੇ, ਸਾਹ ਸੂ ਕੱਢ ਜੇ ਤੇ ਉਹ ਆਕਸੀਜਨ ਦੇ ਬਹੁਤ ਪੈਸੇ ਲੈਂਦੇ, 15,000 ਰੁਪਈਆ ਇੱਕ ਰਾਤ ਦਾ ਹੀ। ਜਿੰਨੀਆਂ ਰਾਤਾਂ ਉਹਨੇ 15,000, ਜੇ 3 ਰਾਤਾਂ ਤੇ 15 ਤੀਆ 45। ਇਹ ਮਹਾਰਾਜ ਦਾ ਸ਼ੁਕਰ ਕਰੀਏ, ਮਹਾਰਾਜ ਸਾਨੂੰ ਰੋਜ਼ ਸਵਾਸ ਦੇਣ ਦਿਆ। ਇੱਕ ਸਿੰਘ ਕਹਿੰਦਾ ਬਾਬਾ ਜੀ ਨਿਤਨੇਮ ਕਿਉਂ ਕਰੀਦਾ, ਗੁਰਦੁਆਰੇ ਕਿਉਂ ਜਾਣਾ ਚਾਹੀਦਾ? ਉਹਦਾ ਸਵਾਲ ਸੀ। ਮੈਂ ਕਿਹਾ ਭਾਈ ਨਿਤਨੇਮ ਪਰਮੇਸ਼ਰ ਦਾ ਸ਼ੁਕਰਾਨਾ। ਤੇ ਜਿਸ ਤਰ੍ਹਾਂ ਵੱਡਾ ਬੌਸ ਹੋਵੇ ਜਿਹੜਾ ਜਿਹਦੀ ਨੌਕਰੀ ਕਰੀਏ, ਜਾ ਕੇ ਉਹਦੀ ਕੁਰਸੀ ਤੇ ਉਹਦੇ ਗੋਡੀਆਂ ਹੱਥ ਲਾਈ ਵਾਹਿਗੁਰੂ ਕਿ ਮਹਾਰਾਜ ਤੇਰਾ ਭਲਾ ਹੋਵੇ, ਤੂੰ ਸਾਨੂੰ ਰੋਜੀ ਦਿੱਤੀ। ਇਹ ਪਰਮੇਸ਼ਰ ਮਾਲਕ ਹੈ। ਇਹਦੇ ਘਰ ਲੋਕੀ ਸਵੇਰੇ ਸਵੇਰੇ ਤਾਂ ਦੇਗ ਕਰਾਉਂਦੇ, ਮੱਥਾ ਟੇਕਦੇ ਕਿ ਮਹਾਰਾਜ ਤੂੰ ਸਾਨੂੰ ਜ਼ਿੰਦਗੀ ਦਿੱਤੀ। ਕਹਿੰਦਾ ਅੱਛਾ ਬਾਬਾ ਜੀ। ਮੈਂ ਕਿਹਾ ਹਾਂ ਭਾਈ, ਇਸ ਕਰਕੇ ਨਿਤਨੇਮ ਦਾ ਸ਼ੁਕਰਾਨਾ ਹੋਣਾ, ਉਸ ਪਰਮੇਸ਼ਰ ਦਾ ਧੰਨਵਾਦ ਆ ਵੀ ਕੋਈ ਵੀ ਕਿਸੇ ਨੂੰ ਚੀਜ਼ ਨਹੀਂ ਦੇ ਸਕਦਾ। ਇੱਥੇ ਇੱਕ ਪ੍ਰੇਮੀ ਆਏ, ਕਹਿੰਦੇ ਜੀ ਅਰਦਾਸ ਕਰੀ ਉਹਨਾਂ ਦਾ ਜੀ ਕੋਈ ਇੰਨਾ ਕੁ ਢਿੱਲਾ ਵੀ ਜੋ ਵੀ ਖਾਂਦਾ ਉਹਦਾ ਪਾਣੀ ਬਣ ਜਾਂਦਾ, ਲਹੂ ਨਹੀਂ ਬਣਦਾ। ਲੱਖਾਂ ਰੁਪਈਆ ਲਾ ਲਿਆ। ਸੋ ਮਹਾਰਾਜ ਦੇ ਅੱਗੇ ਸ਼ੁਕਰ ਕਰੀਏ ਆਪਾਂ ਨੂੰ ਰੁੱਖੀ ਮਿੱਸੀ ਭੱਜਦੀ ਆ। ਇਸ ਤਰ੍ਹਾਂ ਉਹਨੂੰ ਬਚਨ ਸਮਝਾਏ, ਕਹਿੰਦੇ ਬਾਬਾ ਜੀ ਮੈਨੂੰ ਮਾਫ ਕਰਿਓ, ਮੈਨੂੰ ਕਿਸੇ ਨੇ ਆਖਿਆ ਸੀ ਵੀ ਐਵੇਂ ਹੀ ਹੁੰਦਾ ਨਿਤਨੇਮ, ਐਵੇਂ ਦੁਨੀਆ ਗੁਰਦੁਆਰੇ ਜਾਂਦੀ ਹੈ, ਐਵੇਂ ਦੁਨੀਆ। ਮੈਂ ਕਿਹਾ ਨਹੀਂ ਪੁੱਤਰ, ਐਵੇਂ ਨਹੀਂ ਜਾਂਦੀ, ਪਰਮੇਸ਼ਰ ਦਾ ਸਿਜਦਾ ਕਰਨ ਜਾਈਦਾ। ਕਿਉਂਕਿ ਅੱਜ ਮਾਹੌਲ ਜਿਹੜਾ ਥੋੜ੍ਹਾ ਜਿਹਾ ਉਲਟ ਚੱਲ ਰਿਹਾ, ਨਾਸਤਿਕ ਹੋਣਾ ਵੱਧ ਰਿਹਾ। ਤੂੰ ਕਹਿੰਦਾ ਅੱਜ ਤੋਂ ਬਾਅਦ ਮੈਂ ਰੋਜ਼ ਨਿਤਨੇਮ ਕਰਿਆ ਕਰੂੰ। ਸ਼ਾਬਾਸ਼ ਸ਼ਾਬਾਸ਼, ਸ਼ੁਕਰ ਕਰਨਾ ਚਾਹੀਦਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਗੁਰ ਕੀ ਪੈਰੀ ਪਾਏ ਕਾਜ ਸਵਾਰਿਨ। ਜਿਹੜਾ ਵੀ ਪਿਆਰੇ ਦੇ ਪੈਰੀ ਪੈਂਦਾ ਨਾ ਮਹਾਰਾਜ ਉਹਦੇ ਕਾਰਜ ਫਿਰ ਸਵਾਰ। ਤੇ ਸਾਖਤ ਨਿੰਦਕ ਦੁਸ਼ਟ, ਇੱਕ ਜਿਹੜਾ ਸਾਖਤ ਬੰਦਾ ਨਾ ਨਿੰਦਕ ਤੇ ਦੁਸ਼ਟ, ਮਹਾਰਾਜ ਕਹਿੰਦੇ ਉਹ ਵੀ ਦੂਰ ਕਰ ਦਿੰਦਾ ਮਹਾਰਾਜ। ਤੁਸੀਂ ਵੇਖਿਓ ਕਿ ਰੱਬ ਦਾ ਪਿਆਰਾ ਮਿਲੂ ਨਾ, ਸੁੱਖ ਜਿਹਾ ਮਿਲਦਾ ਉਹਨੂੰ ਮਿਲ ਕੇ।
क्योंकि उन्हें कोई सिफत की गल कर, जे कोई टुटिया होया मिलूगा, हुण रूड़ी ते जावांगे तो बदबू ही आनी, बाग च जावांगे तो महक आऊ फुल्लां दी। तुम्हारे कहते साकत निंदक दुष्ट ये तीन जने आ, ये है एको जे रलदे ही आ सुभाਅ इन्हां दे। कहते मारे की कीता, साकत निंदक दुष्ट खिन माए वधारिया ना, इन्हां नूं दूर करता मेरे, क्योंकि इन्हां दा करके मैनूं तंगी आ रही। ये मैनूं गल्लां ही इदां दियां दसदे जिहड़ा मेरा अंदर मुड़ के दिल लगदा ही नहीं बाणी सही है ना। अज संगत अपनी माड़ी है, मोबाइल हत्थ विच 16 घंटे आपां साकत निंदक की गल सुनी तो 5 मिनट गुरुद्वारा की करूँ। हुण जिहड़ी चीज़ ज़्यादा है ना तकड़ी का पासा वो ही झुकना। हुण सारी दुनिया कहते जी लोग बाणी नहीं पढ़ते, गुरु नूं मनदे नहीं, कित्थों मनना। 18-19 घंटे आपां नैगेटिविटी विच जी रहे हैं तो 5 मिनट किते भी मस्सिया पुन्निया ते मत्था टेकण आईदा, भी 2 मिनट बहीदा उठ जाईदा, तो आप बजांगे किदां। हुण एक पासे दरिया वगन दिया वा ते एक पासे 2 किलो पानी डब्बे च पाया। हुण 2 किलो उहदी बराबरी कित्थों करूँ जिथे दरिया ही चल पिया। हुण वकारां दे दरिया चलन दे आ, उत्थे की 2 मिनट वैगुरू वैगुरू जपिया, फिर भी महाराज ने इन्ना कहा सी भी किनका एक जिस जी बसावै। एक पासे दरिया वगदा होवे ते 2 किलो डब्बा नाम दा पा दे, सारे दरिया दीयां तरंगां ही बदल देवेगा। महाराज सच्चे पातशाह जी की उच्ची सुची बाणी है, अगाध बोध बाणी है। आओ दर्शन करिए। सतनाम श्री वाहिगुरु साहिब जीओ। श्री राग महला पहला घर पंजवा। श्री राग पहले पातशाह गुरु नानक देव जी महाराज पंजवें पातशाह जी कृपा करते दया करते। वाहिगुरु पंजवें घर दे विच पहले पातशाह जो आप सृष्टि दे मालक सन, आप रब सन ते धरती नूं तारण वास्ते आए सन। अशल शलाई नह शले नह काओ कटारा कर सके। सो महाराज सच्चे पातशाह कहंदे अशल जिहड़ी चीज़ कदे छली ना जावे, छलाई न छलै, कहंदे जिहड़ी माया ना इनू कोई छल नहीं सकदा। ये दुनिया नूं छल रही, आखो सतनाम वाहिगुरु। मारे सच्चे पातशाह कहंदे नह घाओ घटारा कर सके। भी इदां दा कोई हथियार नहीं बनिया, कोई इदां दा शस्त्र नहीं बनिया जिहड़ा इस माया नूं जख्मी कर दे। इस वेले दुनिया ते माया दा ही प्रताप आ। जे ते 4 रुपये हैगे ते तेरे भैन भरा तेरे आ, ते जे जेब खाली है तो भरावा सगे भी कहते साडा कुछ नहीं लगता। सगे भरा भैन भी कहते नहीं ये साडा नहीं कुछ लगता। जो पैसे 4 होण उदों 7 बगाने भी कहणगे नहीं जी साडी गां दी गां रिश्तेदारी चों आ, भूआ दा पुत। गां दी गां कित्थों? गां दी गां जी वो आपे ही लभ लैंदे आ। परसू परसिया परसराम ये माया के 3 नाम। इस करके बापू नानक जी कहते मरदानिया दुनिया ते हर एक चीज़ छली जाती है। कृष्ण जी नूं छलिया गया, राम जी छले गए, दुर्योधन छले गए, ये सारे छले जाण वाले है। पर इस करके कहते माया जिहड़ी इनू नहीं कोई छल सकिया, इन्हें सगों दुनिया नूं छल लिया। हुण माता सीता दे नाल रावण ने छल कीता, अपना रूप साधु दा बना लिया। इसे तरह एक बारी मारे कीर्तन कर रहे सी ते माया सामने प्रगट होई, औरत बन के वधिया गहणे गड्डे पा के, जिद्दां वो सीरीयल च नहीं कहते इच्छाधारी नागण, वो अपनी इच्छा अनुसार बीबी भी बन जाती, बंदा भी बन जाती, कुड़ी भी बन जाती, घोड़ा भी बन जाती है। आम पुराने शब्दों च अपने बजुर्गों कहना सलेडा रहिंदा है, कहना वो की हुंदा, कहना जिहड़ा आपे रंग बदलदा उहनूं माया कहिंदे आ। कहंदे इस करके वो इच्छाधारी नागण की तरह, नागण किने माया नूं
ਵੀ ਆਪਣੇ ਇੱਛਾ ਅਨੁਸਾਰ ਆਪਣੇ ਰੂਪ ਬਣਾ ਲੈਂਦੀ ਉਹ। ਤੇ ਅੱਜ ਵੀ ਇਹਦੇ ਬਹੁਤ ਰੂਪ ਆ, ਕਿਤੇ ਔਰਤ ਦੇ ਰੂਪ 'ਚ, ਕਿਤੇ ਬੱਚਿਆਂ ਦੇ ਰੂਪ 'ਚ, ਕਿਤੇ ਪ੍ਰਾਪਰਟੀ। ਅੱਧੇ ਕਿੱਲੇ ਦੇ ਬਦਲੇ ਭਰਾ ਨੇ ਭਰਾ ਮਾਰਤਾ, ਇਹ ਵੀ ਤਾਂ ਰੂਪ ਹੀ ਆ ਮਾਇਆ ਦਾ। ਕੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਕਹਿੰਦੇ ਅਛਲ ਛਲਾਈ, ਇਹਨੂੰ ਨਹੀਂ ਕੋਈ ਛਲ ਸਕਿਆ। ਇੱਕ ਪਰਮੇਸ਼ਰ ਤੋਂ ਹੀ ਡਰਦੀ ਏ, ਉਹਦੇ ਤੋਂ ਪਾਸਾ ਛਡਾਉਂਦੀ ਆ। ਤੇ ਜਾਂ ਭਗਤਾਂ ਨੇ ਵਸ ਕੀਤੀ, ਇਹਦੀਆਂ ਨਾਸਾਂ ਭੰਨ ਕੇ ਆਖੋ ਸਤਨਾਮ ਵਾਹਿਗੁਰੂ। ਤੁਸੀਂ ਹੱਸ ਪਏ ਸਾਰੇ ਨਾਸਾਂ ਭੰਨਣ ਤੋਂ। ਬਾਬੇ ਕਬੀਰ ਸਾਹਿਬ ਨੇ ਆਖਿਆ, ਕਹਿੰਦੇ ਮੈਂ ਮਾਇਆ ਦਾ ਨੱਕ ਵੀ ਫੇਹਦਾ ਤੇ ਇਹਦੇ ਕੰਨ ਵੀ ਪੁੱਟਤੇ। ਤੇ ਕਿਸੇ ਨੇ ਆਖਿਆ ਕਬੀਰ ਸਾਹਿਬ ਜੀ ਵੀ ਮਾਇਆ ਦਾ ਨੱਕ ਵੀ ਫੇਹਦਾ ਹੀ, ਕੰਨ ਵੀ ਕੱਟਤੇ ਤੇ ਗਲਾ ਹੀ ਘੁੱਟ ਕੇ ਪਰੇ ਜੱਬ ਵੀ ਨਿਬੇੜ ਦਿੰਦਾ। ਤੇ ਕਬੀਰ ਸਾਹਿਬ ਕਹਿਣ ਲੱਗੇ, ਕਹਿੰਦੇ ਮਾਇਆ ਦਾ ਗਲਾ ਨਹੀਂ ਹੁੰਦਾ। ਕਹਿੰਦੇ ਹੈ, ਕਹਿੰਦੇ ਮਾਇਆ ਦਾ ਗਲਾ ਨਹੀਂ ਹੁੰਦਾ, ਇਹ ਦੋ ਚੀਜ਼ਾਂ ਤੇ ਵਾਰ ਕਰਦੀ, ਇੱਕ ਬੰਦੇ ਦੇ ਨੱਕ ਤੇ ਇੱਕ ਕੰਨ ਤੇ। ਕਹਿੰਦੇ ਉਹ ਕਿਉਂ? ਕਹਿੰਦੇ ਆ ਜਿੰਨੀ ਦੁਨੀਆ ਵਾ ਪੰਗੇ ਲੈਣ ਦੀ, ਕਾਹਦੇ ਕਰਕੇ? ਨੱਕ ਨਹੀਂ ਰਹਿੰਦਾ। ਆਖੋ ਵਾਹਿਗੁਰੂ। ਨੱਕ ਨਹੀਂ ਆ ਜਿਹੜਾ ਲੱਗਾ ਗਾੜੀ ਚੁੰਝ ਜੀ, ਕਈਆਂ ਦਾ ਫੀਨਾ ਜਿਹਾ, ਇਹ ਨਹੀਂ ਰੋਕ ਪਾਉਂਦੇ, ਜੱਬ ਪਾਇਆ ਹੈ। ਜਿੰਨੇ ਪੰਗੇ ਲਏ ਆਪਾਂ। ਜੇ ਵਿਆਹ ਕਰਦਾ ਵਾ 2 ਕਨਾਲਾਂ ਪੈਲੀ ਆ, ਹੈ ਜਿੱਤੇ ਗਵਾਂਢੀ ਦੀ 30 ਕਿੱਲੇ ਆ, ਤੇ 30 ਕਿੱਲੇ ਵਾਲੇ ਨਾਲ ਰੀਸ ਕਰ ਲਈ, ਆਪਦੇ ਨੱਕ ਨਹੀਂ ਰਹਿੰਦਾ, ਤੇ ਮੁੜ ਕੇ ਜਿਹੜੀ 2 ਵੀ ਗਈ ਹੈ। ਤੇ ਹੁਣ ਦਿਹਾੜੀਆਂ ਕਰਦਾ ਫਿਰਦਾ ਹੀ। ਆਖੋ ਸਤਨਾਮ ਵਾਹਿਗੁਰੂ। ਇਹ ਬਾਣੀ ਉੱਚੀ ਸੁਚੀ ਆ, ਬਾਣੀ ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਦਿੰਦੀ। ਕਬੀਰ ਸਾਹਿਬ ਕਹਿੰਦੇ 2 ਚੀਜ਼ਾਂ ਤੇ ਵਾਰ ਕਰਦੀ ਮਾਇਆ, ਇੱਕ ਨੱਕ ਤੇ ਦੂਜਾ ਕੰਨਾਂ ਤੇ। ਕਹਿੰਦੇ ਜੀ ਕੰਨਾਂ ਤੇ ਕਿੱਦਾਂ? ਕਹਿੰਦੇ ਪੰਗੇ ਲੈਂਦਾ ਜਦੋਂ ਵੀ ਮੇਰਾ ਨੱਕ ਨਹੀਂ ਰਹਿੰਦਾ, ਤੇ ਕੰਨ ਕਹਿੰਦੇ ਉਸਤਤ ਸੁਣਨੀ ਚਾਹੁੰਦੇ। ਆਖੋ ਸਤਿ ਵਾਹਿਗੁਰੂ। ਹਰ ਬੰਦਾ ਮੈਂ ਵੀ ਵਿੱਚ ਹੀ ਆ। ਕਿਸੇ ਨੂੰ ਕਹਦੇ ਹਾਂ ਬਾਪੂ ਤੂੰ ਬੜਾ ਹੀ ਸਾਧੂ, ਤੂੰ ਬੜਾ ਨੇਕ ਆ, ਤੂੰ ਭਗਤ ਆ, ਤੇ ਉਹਨੇ ਕਹੀ ਹੋਣਾ ਚੜ੍ਹਦੀ ਕਲਾ ਮੇਰਾ। ਤੂੰ ਕਹਦੇ ਬਾਪੂ ਤੂੰ ਬੜਾ ਲੁੱਚਾ, ਤੂੰ ਬੜਾ ਝੂਠਾ ਹੀ, ਤੂੰ ਪਾਪੀ, ਤੂੰ ਨਿੰਦਕ ਹੀ। ਉਹਨੇ ਕਹਿਣਾ ਇਹਦੇ ਵਰਗਾ ਬਾਬਾ ਹੀ ਕੋਈ ਨਹੀਂ ਮਾੜਾ ਇੱਥੇ ਬੌਲੀ ਸਾਹਿਬ ਚ। ਆਖੋ ਸਤਿ ਵਾਹਿਗੁਰੂ। ਹਰ ਬੰਦੇ ਨੂੰ ਕੰਨਾਂ ਦੀ ਭੁੱਖ ਆ, ਮੈਨੂੰ ਵੀ ਤੁਹਾਨੂੰ ਵੀ। ਹਰ ਬੰਦਾ ਚਾਹੁੰਦਾ ਕਿ ਮੇਰੀ ਉਸਤਤ ਹੋਵੇ। ਜਦੋਂ ਵੀ ਆਪਾਂ ਘਰੇ ਕੋਠੀ ਪਾਉਣੇ ਆ, ਵਿਆਹ ਸ਼ਾਦੀ ਕਰਦੇ, ਸੋਨਾ ਚਾਂਦੀ ਬਣਾਉਣੇ ਆ, ਉਦੋਂ ਪਹਿਲਾਂ ਸਵਾਰ ਕਰਦੀ ਨੱਕ ਤੇ। ਮੇਰਾ ਨੱਕ ਨਹੀਂ ਰਹਿੰਦਾ ਰਿਸ਼ਤੇਦਾਰੀ 'ਚ। ਕਹਿਣਗੇ ਨਹੀਂ ਕਿ ਆ ਕਈ ਹੁਣ ਜਿਉਦੇ ਬੇਬੇ ਬਾਪੂ ਨੂੰ ਰੋਟੀ ਨਹੀਂ ਦਿੰਦੇ, ਹੈ ਨਾ, ਚਪੇੜਾ ਮਾਰਦੇ ਧੱਕੇ, ਤੇ ਜਦੋਂ ਮਰ ਜਾਂਦੇ ਆ ਤੇ ਉਦੋਂ ਉੱਥੇ ਪਕੌੜੇ 3 ਤਰ੍ਹਾਂ ਦੇ, ਜਲੇਬੀਆਂ ਵੀ, ਕੜਾਹ ਪ੍ਰਸ਼ਾਦ ਵੀ, ਤੇ ਨਾਲ ਠੰਡੇ ਵਰਤਾਉਂਦੇ ਹੁੰਦੇ। ਤੇ ਉਹ ਕਹਿੰਦੇ ਵੀ ਬੀਬੀ ਦੇ ਪਾਣੀ ਨੂੰ ਤਰਸਦੀ ਮਰ ਗਈ, ਉਹ ਅੰਦਰ ਪਈ ਰਹੀ, ਪਾਣੀ ਨਹੀਂ ਦਿੱਤਾ, ਮਰ ਜਾਓ, ਠੰਡੇ ਕਿਹਨੂੰ ਦਿੱਤੇ ਆ? ਤੇ ਇੱਕ ਆ ਕੇ ਕਹਿੰਦਾ ਨੱਕ ਨਹੀਂ ਰਹਿੰਦਾ। ਆਖੋ ਸਤਨਾਮ ਵਾਹਿਗੁਰੂ। ਭੈਣ ਭਰਾ, ਸਾਲੀਆਂ ਸਾਲੇ, ਸਹੁਰੇ ਪਤਿਓਰੇ ਦਿਓਰੇ, ਚੌਰੇ ਪੰਜੋਰੇ ਛਿਓਰੇ ਸਾਰੇ ਹੀ ਆਏ ਆ, ਤੇ ਸਾਰਿਆਂ ਦੇ ਵਿੱਚ ਹੁਣ ਨੱਕ ਜੀ ਰੱਖਣਾ ਆਇਆ ਭੋਗ ਤੇ। ਹੈ ਇਹ ਅੱਜ ਕਬੀਰ ਸਾਹਿਬ ਮਹਾਰਾਜ ਦੇ ਵਰਤ ਵੇਲੇ ਦੀ ਬਾਣੀ ਦੀ ਸਲੋਕ ਉਹਨਾਂ ਦੇ ਪ੍ਰਮਾਣ ਹੈ। ਤੇ ਮਹਾਰਾਜ ਕਹਿੰਦੇ ਮਾਇਆ 2 ਚੀਜ਼ਾਂ ਤੇ ਸਵਾਰ ਹੈ, ਇੱਕ ਨੱਕ ਤੇ ਦੂਜਾ ਕੰਨ। ਤੇ ਕਬੀਰ ਸਾਹਿਬ ਨੇ ਆਖਿਆ ਮੈਂ ਨੱਕ ਵੀ ਵੜਤਾ ਤੇ ਕੰਨ ਵੀ। ਉਹਨਾਂ ਦੀ ਬਾਣੀ ਵੀ ਆ, ਕਹਿੰਦੇ ਨਾਕੋਂ ਕਾਟੀ ਕਾਨੋਂ ਕਾਟੀ, ਕਾਟ ਕੂਟ ਕੇ ਡਾਰੀ, ਕਹੋ ਕਬੀਰ ਸੰਤਨ ਕੀ ਵੈਰਨ, 3 ਲੋਕ ਕੀ ਪਿਆਰੀ। ਇਹ ਕਹਿੰਦੇ ਵੈਰੀ ਆ, ਜਿਹੜੇ ਸਾਧੂ ਕੋਲ ਆ ਜਾਂਦੀ ਆ ਉਹ ਵੀ ਕੌਡੀ ਦਾ ਨਹੀਂ ਆ, ਤੇ ਜਿਹੜੇ ਗ੍ਰਸਤੀ ਘੁਆਣੀ ਉਹ ਵੀ ਕੌਡੀ ਦਾ ਨਹੀਂ ਆ। ਇਹ ਮਹਾਂਪੁਰਖਾਂ ਦੇ ਬੋਲ ਆ ਵੀ ਜਿਹੜੇ ਸਾਧੂ ਕੋ ਮਾਇਆ ਉਹ ਵੀ ਦੀਵਾਨੀ ਦਾ ਨਹੀਂ, ਤੇ ਜਿਹੜੇ ਗ੍ਰਸਤੀ ਦੇ ਘਰ ਗਰੀਬੀ ਉਹ ਵੀ ਦੀਵਾਨੀ ਦਾ ਨਹੀਂ। ਇਸ ਕਰਕੇ ਬਾਬੇ ਕਬੀਰ ਨੇ ਆਖਿਆ ਵੀ ਇਹਦਾ ਨੱਕ ਵੀ ਵੜਤਾ ਤੇ ਇਹਦੇ ਕੰਨ ਵੀ ਵੜਤੇ, ਤੇ ਵੱਢ ਕੇ ਪਾ ਕੇ ਤੋੜੇ 'ਚ ਤੇ ਰੋੜਤੀ ਆ। ਕਹੋ ਕਬੀਰ ਸੰਤਨ ਕੀ ਵੈਰਨ, 3 ਲੋਕ ਕੀ ਪਿਆਰੀ। 3 ਲੋਕਾਂ 'ਚ ਇਹਦਾ ਜਸ ਆਏ, ਏਡੀ ਤਕੜੀ ਆਏ। ਤੇ ਕਬੀਰ ਸਾਹਿਬ ਨੇ ਕਿਸੇ ਨੇ ਆਖਿਆ ਵੀ ਤੂੰ ਗਲਾ ਹੀ ਵੜ ਦਿੰਦਾ, ਕੰਨ ਨੱਕ ਵੜਦਾ ਰਿਹਾ ਇਹਦੇ। ਉਹ ਕਹਿੰਦੇ ਵੀ ਇਹਦਾ ਗਲਾ ਨਹੀਂ ਹੈਗਾ ਮਾਇਆ, ਇਹ 2 ਤੇ ਸਵਾਰ ਰਹਿੰਦੀ, ਇੱਕ ਨੱਕ ਤੇ ਦੂਜਾ ਕੰਨ। ਹੁਣ ਜਿੰਨੀ ਵੀ ਦੁਨੀਆ ਆਪਾਂ ਸਾਰਾ ਕੁਝ ਭੈਣ ਭਰਾਵਾਂ 'ਚ ਕਾਹਦੇ ਲਈ ਕਰਦਾ ਆ? ਮੇਰਾ ਨੱਕ ਰਹਿ ਜੇ। ਜਦੋਂ ਮੰਨ ਲਾ ਸੇਵਾ ਕਰਨੀ ਉਦੋਂ ਤੇ ਕੀਤੀ ਨਹੀਂ, ਪਾਣੀ ਨਹੀਂ ਦਿੱਤਾ ਬੇਬੇ ਬਾਪੂ ਨੂੰ,
ਦਵਾਈ ਨਹੀਂ ਲੈ ਕੇ ਦਿੱਤੀ ਹੈ, ਕੱਪੜੇ ਨਹੀਂ ਲੈ ਕੇ ਦਿੱਤੇ, ਇੱਕੋ ਸੂਟ ਨਾਲ ਵਿਚਾਰਿਆਂ। ਧਿਆਨ ਦਿਓ, ਮੇਰੀਆਂ ਗੱਲਾਂ ਮਾਫ ਕਰਿਓ, ਪ੍ਰਮਾਤਮਾ ਸਿਰ ਤੇ ਕੌੜੀਆਂ ਲੱਗਣੀਆਂ। ਮੈਂ ਵੀ ਆਪਾਂ ਵਿੱਚੇ ਹੀ ਹਾਂ, ਜੋ ਦੁਨੀਆ ਦਾ ਸੱਚ ਕੌੜਾ ਹੈ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਦੇ ਮਾਲਕ ਨੇ, ਦਇਆ ਦੇ ਮਾਲਕ ਨੇ, ਜੋ ਆਪ ਕਿਰਪਾ ਕਰਦੇ ਹਨ, ਰਹਿਮਤ ਕਰਦੇ ਹਨ। ਇਹ ਨਾਕੀ ਹੁੰਦਾ ਸਾਰਾ ਕੁਝ। ਮੈਂ ਕਈ ਵਾਰੀ ਵੇਖਿਆ, ਧਿਆਨ ਨਾਲ ਸਰਵਣ ਕਰਿਓ ਵੀ ਹੁਣ ਉਹੀ ਇਨਸਾਨ ਹੁੰਦਾ ਏ। ਲਾਈਵ ਚੱਲਦਾ, ਧਿਆਨ ਦਿਓ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਦਇਆ ਕਰਦੇ ਹਨ ਕਿ ਉਹੀ ਬਜ਼ੁਰਗ ਆ ਜਿਹਨੂੰ 5 ਰੁਪਏ ਨਹੀਂ ਦਿੱਤੇ, ਨਹੀਂ ਨਾ ਦਿੱਤੇ। ਜਦੋਂ ਮਰ ਗਿਆ ਤੇ ਉਸੇ ਮੁੰਡੇ ਨੇ ਨਾ 100 ਰੁਪਈਆ ਮੱਥਾ ਟੇਕਿਆ ਮਰੇ। ਇਹ ਕੀ ਆ? ਨੱਕ ਨਹੀਂ ਰਹਿੰਦਾ। ਉਹਨੇ ਸਾਰੇ ਇਕੱਠੇ ਜੀ ਭੈਣ ਭਰਾ, ਹੈ ਨਾ, ਸਾਰੀ ਜ਼ਿੰਦਗੀ ਸੂਟ ਨੂੰ ਤਰਸ ਗਏ, ਹੁਣ ਲੋਈ ਕੱਢ ਕੇ ਲਈ ਫਿਰਦਾ। ਸਹੁਰੇ ਵੀ ਲੈ ਕੇ ਆਏ ਤੇ ਪਹਿਲਾਂ ਉਹਨਾਂ ਸਹੁਰਿਆਂ ਨੇ ਆਖਿਆ ਜੇ ਬੀਬੀ ਨੇ ਰੋਟੀ ਖਾਧੀ ਤੇ ਤਲਾਕ ਕਰ ਦਾਂਗੇ। ਘਰ ਘਰ ਦੀ ਕਹਾਣੀ ਹੈ ਇਹ, ਬਾਣੀ ਸਾਰਿਆਂ ਦੀ ਸਾਂਝੀ ਆ। ਜਦੋਂ ਮਹਾਰਾਜ ਕਹਿੰਦੇ ਲੋੜ ਸੀ ਉਦੋਂ ਸਾਥ ਨਹੀਂ ਦਿੱਤਾ ਤੇ ਬਾਅਦ ਚ ਪਖੰਡ ਕਰੀ ਜਾਂਦਾ। ਉਦੋਂ ਵਿਚਾਰੀ ਬੇਬੇ ਕਹਿੰਦੀ ਵੇ ਪੁੱਤ ਮੈਨੂੰ ਦਾਣੇ ਦੇ ਦੇ 5 ਕਿਲੋ। ਕਹਿੰਦੇ ਹੈ ਨਹੀਂ ਆ, ਮਰੋ ਪਰਾਂ ਜਾ ਕੇ ਗਲੋਂ ਲਓ। ਤੇ ਜਦੋਂ ਮਰ ਗਈ ਬੀਬੀ ਦੇ ਸਰਾਣੇ ਉਹਦੇ ਪਰਾਤ ਭਰ ਕੇ ਰੱਖੀ ਹੈ ਵੀ ਉਹਨੇ ਦਾਣੇ ਭੁੰਨ ਕੇ ਖਾਣੇ। ਲੋਕਾਂ ਦਾ ਪਖੰਡ ਬਾਣੀ ਨੇ ਜਿਹੜਾ ਵਾ ਇਹਨੂੰ ਕਟਿੰਗ ਕੀਤਾ ਵੀ ਜਦੋਂ ਜਿੰਦੇ ਸੀ ਦਾਣੇ ਉਦੋਂ ਦੇਣੇ ਸੀ, ਉਹਨੂੰ ਆਟਾ ਚਾਹੀਦਾ ਉਦੋਂ ਦਿੱਤੇ ਨਹੀਂ, ਮਰੇ ਦੇ ਲਾਗੇ ਪਰਾਤ ਭਰੀ ਫਿਰਦੇ ਹੈ। ਜਦੋਂ ਜਿਉਂਦਾ ਸੀ ਉਦੋਂ ਪੈਸਿਆਂ ਦੀ ਲੋੜ ਸੀ, ਉਦੋਂ ਕਿਸੇ ਨੇ ਦਿੱਤੇ ਨਹੀਂ। ਹੁਣ ਮੱਥਾ ਟੇਕ ਕੇ ਸਾਰਿਆਂ ਰਿਸ਼ਤੇਦਾਰਾਂ ਢੇਰ ਲਾਦਾ, ਉਹਨੂੰ ਕੀ ਕਰਨਾ ਹੁਣ। ਤੇ ਤੀਜੀ ਗੱਲ ਸੀ ਬਸਤਰਾਂ ਦੀ, ਜਿਉਂਦੀ ਨੂੰ ਕਿਤੇ ਸੂਟ ਨਹੀਂ ਜੁੜਿਆ ਤੇ 25 ਲੋਈਆਂ ਉੱਤੇ ਪਾਈਆਂ, 50 ਜੇ ਲਿਫਾਫਿਆਂ ਚ। ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿੰਦੇ, ਕਬੀਰ ਸਾਹਿਬ ਕਹਿੰਦੇ ਨੱਕ ਰੱਖਣ ਦੇ ਲੋਕ, ਹਾਂਜੀ, ਤੇ ਭੋਗ ਦੇ ਉੱਤੇ ਕੰਨ, ਵੀ ਜਦੋਂ ਲੋਕੀ ਆਉਣਗੇ ਕਹਿਣਗੇ ਫਲਾਣੇ ਨੇ ਇਕੱਠ ਕੀਤਾ, ਆਹਾ ਕਿਤੇ ਸੇਵਾ ਕੀਤੀ, ਕਿਧਰੇ ਠੰਡੇ ਚੱਲੇ, ਪਾਣੀ ਚੱਲਿਆ, ਆਈਸਕ੍ਰੀਮਾਂ ਤੇ ਮਰਗ ਭੋਗਦਾ ਹੈ। ਉਹ ਮਰਗ ਦਾ ਭੋਗ ਵਾਹਿਗੁਰੂ। ਇਹ ਦੋ ਚੀਜ਼ਾਂ ਤੇ ਕਬੀਰ ਨੇ ਆਖਿਆ ਮਾਇਆ ਬਹਿੰਦੀ, ਇੱਕ ਨੱਕ ਤੇ ਇੱਕ ਕੰਨ ਤੇ ਕਬੀਰ ਸਾਹਿਬ ਕਹਿੰਦੇ ਮੈਂ ਦੋਵੇਂ ਹੀ ਕੱਢਦੇ। ਜਿਹੜੇ ਰੱਬ ਦੇ ਪਿਆਰੇ ਨਾ ਉਹ ਪਖੰਡ ਨਹੀਂ ਕਰਨਗੇ, ਉਹ ਜੋ ਅੰਦਰੋਂ ਉਦਾਂ ਬਾਹਰੋਂ ਹੀ ਆ। ਉਹ ਸਤਿਨਾਮ ਵਾਹਿਗੁਰੂ। ਜੋ ਅੰਦਰੋਂ ਬਾਹਰੋਂ ਹੀ ਆ। ਕਿਸੇ ਨੇ ਦਾਲ ਫੁਲਕਾ ਲਾਇਆ ਤੇ ਰਿਸ਼ਤੇਦਾਰ ਕਹਿੰਦੇ ਵੀ ਮਰ ਚੱਲੇ ਸੀ, ਜਲੇਬੀਆਂ ਕੱਢ ਲੈਂਦੇ। ਤੇ ਉਹ ਅੱਗੋਂ ਕਹਿੰਦਾ ਵੀ ਮੇਰੀ ਮਾਂ ਵੀ ਦਾਲ ਫੁਲਕੇ ਨੇ ਜ਼ਿੰਦਗੀ ਕੱਢ ਗਈ, ਸਾਨੂੰ ਵੀ ਦਾਲ ਫੁਲਕੇ ਨੇ ਪਾਲਿਆ, ਹੁਣ ਵੀ ਸਾਡਾ ਦਾਲ ਫੁਲਕਾ ਹੀ ਚੱਲਦਾ, ਖਾਣੀ ਤੇ ਖਾ ਲਓ ਨਹੀਂ ਤੇ ਤਿੱਤਰ ਹੋ ਜਾਓ। ਚੜ੍ਹਦੀ ਕਲਾ, ਮੈਂ ਕਹਿੰਦਾ ਵਧੀਆ ਵਾ। ਰਿਸ਼ਤੇਦਾਰਾਂ ਨੂੰ ਕਹਿੰਦੇ ਖਾਣੀ ਖਾਓ, ਤਿੱਤਰ ਹੋ ਜਾਓ, ਨਾ ਆਇਓ ਨਾ ਵਰਤਿਓ, ਕੋਈ ਨਹੀਂ, ਕੁਛ ਨਹੀਂ ਚਾਹੀਦਾ। ਇਹ ਤੇ ਹੋਈ ਨਾ ਗੱਲ, ਸਵਾਦ ਆ ਗਿਆ ਵੀ ਜਿਹੋ ਜਿਹੇ ਅੰਦਰੋਂ ਆ ਉਹੋ ਜਿਹੇ ਬਾਹਰੋਂ ਆ। ਇੱਕ ਜਿਹਨੇ ਤੈਨੂੰ ਜੰਮਿਆ ਪਾਲਿਆ ਕਮਲਿਆ ਦਿਹਾੜੀਆਂ ਕਰਕੇ, ਉਹਨੂੰ ਤੂੰ ਪੁੱਛਿਆ ਨਹੀਂ ਵੀ ਆਹ ਜਿਹੜੇ 2 ਮਿੰਟ ਤੇਰੇ ਭੋਗ ਤੇ ਆਏ ਇਹਨਾਂ ਨੂੰ ਖੁਸ਼ ਕਰਨ ਤੇ ਲੱਗਾ ਵੀ ਇਹ ਜਾਂਦੇ ਗੱਡੀ 'ਚ ਕਹਿਣ ਵੀ ਮੁੰਡਿਆਂ ਨੇ ਕਿਤੇ ਇਕੱਠ ਕੀਤਾ, ਬੱਲੇ ਬੱਲੇ ਕਰਾਤੀ। ਤਾਂ ਕਰਕੇ ਕੰਨ ਤੇ ਸੁਣਨਾ ਚਾਹੁੰਦੇ ਉਪਮਾ। ਕਈ ਭੋਗ ਤੇ ਸਪੈਸ਼ਲ ਕਹਿਣਗੇ ਬਾਬਾ ਜੀ 500 ਰੁਪਇਆ ਵੱਧ ਭੇਟਾ ਲੈ ਲਿਓ, ਰਿਸ਼ਤੇਦਾਰੀ 'ਚ ਮਾਹੌਲ ਜਿਹਾ ਵਧੀਆ ਬਣਾ ਦਿਓ। ਆਖੋ ਸਤਿ ਵਾਹਿਗੁਰੂ। ਮੈਂ ਕਿਹਾ ਵੀ ਮਾਹੌਲ ਜਿਹਾ ਕਿੱਦਾਂ? ਕਿਤੇ ਵੀ ਸਾਰੇ ਆਏ ਹੋਣੇ, ਕਹਿ ਦਿਓ ਤੁਸੀਂ ਵੀ ਸੇਵਾ ਕਰਦੇ ਰਹੇ ਆ, ਵੀ ਬਹੁਤ ਸੁੱਖ ਲਿਆ, ਸਾਰਾ ਕੁਝ ਸਪੈਸ਼ਲ ਕਹਿਣਗੇ ਕਈ ਹੈ। ਤਾਈਓ ਹੁਣ ਸਾਦੇ ਨਹੀਂ। ਆਖੋ ਸਤਿਨਾਮ। ਕਹਿੰਦੇ ਬਾਬਾ ਦੱਸ ਦਿੰਦਾ ਬਾਅਦ 'ਚ, ਹੈ ਨਾ, ਪਰਦਾ ਫਾਸ਼ ਹੋ ਜਾਂਦਾ। ਇੱਦਾਂ ਕਰਕੇ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਸੱਚ ਆ ਭਾਈ, ਸੱਚ ਕੌੜਾ ਲੱਗਦਾ। ਮਾਰੇ ਕਹਿੰਦੇ ਮਰਦਾਨਿਆ ਅਛਲ ਛਲਾਈ ਨਹਿ ਛਲੈ। ਕਹਿੰਦੇ ਮਾਇਆ ਨੇ ਸਾਰੀ ਦੁਨੀਆ ਛਲੀ ਪਈ ਆ, ਸਭ ਮੁੰਡੇ ਕੁੜੀਆਂ ਦਾਦੀ ਦਾਦੇ ਦੋਤੇ ਸਭ ਦੁਨੀਆ ਨੂੰ ਛਾਲਿਆ, ਪਰ ਇਹਨੂੰ ਕੋਈ ਨਹੀਂ ਛਲ ਸਕਿਆ। ਪਰਮੇਸ਼ਰ ਤੋਂ ਬਿਨਾਂ ਕਾਬੂ ਨਹੀਂ ਕਿਸੇ ਦੇ ਵੀ ਆਈ। ਕਿੱਡਾ ਵੱਡਾ ਮਹਾਂਦੇਵ ਸ਼ਿਵ ਜੀ, ਜੀ ਤੋਂ ਸਾਰੇ ਭਗਤ ਵਾਰ ਮੰਗਦੇ, ਰਾਵਣ ਵਰਗੇ, ਵਸ਼ਿਸ਼ਟ ਵਰਗੇ, ਬਿਆਸ ਵਰਗੇ ਆਦਿਕ ਜਦੋਂ ਵੀ ਭਗਤੀ ਕਰਦੇ ਭੋਲੇਨਾਥ ਨੂੰ ਪ੍ਰਸੰਨ ਕਰਦੇ। ਤੇ ਆਪ ਸ਼ਿਵ ਜੀ ਹੋਣੀ ਉੱਥੇ ਚਲੇ ਗਿਆ ਜਿੱਥੇ ਪਾਰਵਤੀ ਇਸ਼ਨਾਨ ਕਰਨ ਦੀ ਆ, ਤੇ ਉਹ ਜਾ ਕੇ ਕਹਿੰਦਾ ਮੈਂ ਮਿਲਣਾ ਹੈ। ਤੇ ਗਣੇਸ਼ ਕਹਿੰਦਾ ਪਛਾਂ ਹੋ ਜਾ 2 ਕਦਮ, ਮੇਰੀ ਮਾਤਾ ਇਸ਼ਨਾਨ ਕਰ ਰਹੀ, ਕਿਸੇ ਦੀ ਆਗਿਆ ਨਹੀਂ, ਅੰਦਰ ਚੱਲ ਜੇ। ਕਹਿੰਦਾ ਤੂੰ ਕੌਣ ਨਾ ਡੱਕਣ ਵਾਲਾ?
ਮਾਇਆ ਸਵਾਰ ਹੋ ਗਈ ਸ਼ਿਵ ਜੀ ਤੇ ਹੀ। ਚੌਪਈਸਾ ਪੜ੍ਹਦੇ ਹੁੰਦੇ ਆ, ਉਹਦੇ ਵਿੱਚ ਜ਼ਿਕਰ ਆਉਂਦਾ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਪੇਵ। ਉਹਨਾਂ ਤੋਂ ਵੀ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਗਿਆ। ਤੂੰ ਐਡਾ ਵੱਡਾ ਰਿਸ਼ੀ, ਐਡਾ ਵੱਡਾ ਮਹਾਂਪੁਰਖ ਤਪਸਵੀ, ਤੇ 2 ਮਿੰਟਾਂ 'ਚ ਮਾਇਆ ਨੇ ਛਲ ਕੇ ਉਹ ਕੀਤਾ, ਆਪਣੇ ਸਕੇ ਪੁੱਤ ਦੇ ਮਾਰ ਕੇ ਤਰਸੂਲ ਤੇ ਗਾਡਾ ਲਾ ਦਿੱਤਾ। ਉਹ ਗਿਆ ਸਿਰ ਗਣੇਸ਼ ਜੀ ਦਾ। ਪਾਰਵਤੀ ਨੇ ਆਖਿਆ ਤੇਰਾ ਭਲਾ ਹੋ ਜੇ, ਇਹ ਕੀ ਕੀਤਾ ਹੀ, ਪੁੱਤ ਮਾਰਤਾ ਹੀ। ਕਹਿਣ ਲੱਗੇ ਮੈਨੂੰ ਮਾਫ ਕਰੀ, ਮੈਨੂੰ ਤੇ ਪਤਾ ਹੀ ਨਹੀਂ ਲੱਗਾ ਮੇਰੇ ਤੋਂ ਹੋ ਕੀ ਗਿਆ। ਤੇ ਅੱਜ ਵੀ ਇਦਾਂ ਹੀ ਹੈ। ਆ ਪਤੀ ਇੱਕ ਵਿਚਾਰਾ 12 ਸਾਲਾਂ ਬਾਅਦ ਆਇਆ ਵਿਦੇਸ਼ੋਂ, ਦੇ ਘਰ ਵਾਲੀ ਨੇ ਆਪ ਹੀ ਮਰਵਾਤਾ ਹੈ। ਇਹਨੂੰ ਕੀ ਕਹੋਗੇ? ਮਾਇਆ। ਇਹ ਸਵਾਰੀ ਕਰ ਜਾਂਦੀ, ਪਤਾ ਨਹੀਂ ਕਿਹੜੇ ਰੂਪ 'ਚ ਕਰ ਜਾਣੀ ਇਹਨੇ। ਹੋ ਸਕਦਾ ਤੇਰਾ ਸਕਾ ਮਾਂ ਪਿਓ, ਤੂੰ ਉਹਨਾਂ ਨੂੰ ਮਾਰ ਦੇ, ਜਾਂ ਤੇਰੇ ਸਕੇ ਪੁੱਤ ਤੈਨੂੰ। ਆ ਮਾਂ ਜਿਹੜੀ ਮਾਰੀ ਆ ਉਹ ਬੱਚੇ ਨੇ ਮਾਰੀ। ਮੋਬਾਈਲ ਵੇਂਦਾ ਸੀ, ਉਹਨੇ ਕਿਹਾ ਹਟ ਜਾ ਪੁੱਤ, ਅੱਖਾਂ ਖਰਾਬ ਹੋ ਜਾਣਗੀਆਂ। ਉਹਨੇ ਸਿਰ 'ਚ ਮਾਰ ਕੇ ਆਖਿਆ ਲੈ ਤੇਰੀ ਜ਼ਿੰਦਗੀ ਖਰਾਬ ਕਰ ਦੂੰ। ਇਹ ਛਲਦੀ ਸਾਰਿਆਂ ਨੂੰ। ਇਹਨੇ ਗਿਆਨੀ ਨਹੀਂ ਛੱਡੇ, ਧਿਆਨੀ ਨਹੀਂ ਛੱਡੇ, ਜੋਗੀ ਨਹੀਂ ਛੱਡੇ, ਬ੍ਰਹਮਚਾਰੀ ਨਹੀਂ ਛੱਡੇ, ਵੈਦ ਨਹੀਂ ਛੱਡੇ, ਡਾਕਟਰ ਨਹੀਂ ਛੱਡੇ। ਬਾਬਾ ਨਾਨਕ ਜੀ ਕਹਿੰਦੇ ਮਰਦਾਨਿਆ ਸਭ ਨੂੰ ਕਾਬੂ ਕਰ ਜਾਂਦੀ ਏ, ਪਰ ਇਹਨੂੰ ਕਾਬੂ ਕਰਨ ਵਾਲਾ ਇੱਕ ਪਰਮੇਸ਼ਰ ਹੈ, ਜੀਤੋਂ ਇਹ ਡਰਦੀ ਹੈ। ਰਾਵੀ ਦੇ ਕੰਢੇ ਦੀ ਘਟਨਾ, ਮਾਰੇ ਕੀਰਤਨ ਕਰ ਰਹੇ ਤੇ ਦੂਰ ਖੜੋਤੀ ਹੈ। ਮਰਦਾਨਾ ਕਹਿੰਦਾ ਸਾਰੇ ਆ ਗਏ, ਬੀਬੀ ਨਹੀਂ ਆਉਂਦੀ। ਮਹਾਰਾਜ ਕਹਿੰਦੇ ਬੀਬੀ ਮਾਇਆ ਵਾ, ਇਹਨੂੰ ਆਗਿਆ ਨਹੀਂ, ਸਾਡੇ ਤੋਂ ਡਰਦੀ ਹੈ, 20 ਕਦਮ ਪਿਛਾਂਹ ਵਾ। ਕਹਿੰਦਾ ਲੈ ਕੇ ਨਾ ਆਈਏ, ਆਖੋ ਸਤਨਾਮ ਵਾਹਿਗੁਰੂ। ਲੈ ਕੇ ਨਾ ਆਈਏ। ਬਾਬਾ ਕਹਿੰਦਾ ਵੇਖ ਲਾ ਖਰਾਬ ਕਰ ਦੂਗੀ। ਆ ਜਿਹੜੀ ਅੱਗੇ ਲੱਗੀ ਆ ਨਾ ਖਜ਼ਾਨਾ ਪਿਆ ਹੈ, ਇਹ ਮਰਦਾਨੇ ਦੇ ਕੰਮ ਹੀ, ਆਖੋ ਸਤਨਾਮ ਵਾਹਿਗੁਰੂ। ਇਹ 20 ਕਦਮ ਦੂਰ ਸੀ। ਮਰਦਾਨਾ ਉੱਠ ਕੇ ਰਬਾਬ ਛੱਡ ਕੇ ਕਹਿੰਦਾ ਵਿਚਾਰੀ ਤਰਲੇ ਜੇ ਲੈਂਦੀ, ਮਹਾਰਾਜ ਨੂੰ ਲਾਗੇ ਲਿਆਈਏ। ਉਹਨੇ ਚੰਗੀ ਬਾਂਹ ਫੜ ਕੇ ਲਾਗੇ ਲਿਆਂਦੀ, ਹੁਣ ਕੋਲੇ ਪਈ ਆ। ਤੇ ਇਹਦੀ ਲੜਾਈ ਦਾ ਘਰ ਹੀ ਹੈ। ਇੱਕ ਪਿੰਡ 'ਚ 6 ਗੁਰਦੁਆਰੇ ਬਣ ਗਏ। ਕਾਹਤੋਂ ਬਣੇ? ਇਹਦਾ ਕਰਕੇ ਬਣੇ। ਆਪੋ ਗਿਆਨੀ ਨੇ ਗਿਆਨੀ ਦਾ ਸਿਰ ਪਾੜਤਾ, ਇਹਦਾ ਕਰਕੇ। ਕਥਾ ਵਾਚਕ ਨਾਲ ਲੜ ਪਿਆ, ਇਹਦਾ ਕਰਕੇ। ਰਾਗੀ ਨਾਲ ਝਗੜੇ, ਇਹਦਾ ਕਰਕੇ। ਬਾਬੇ ਨੇ ਆਖਿਆ ਮਰਦਾਨਿਆਂ ਨੂੰ ਲੈ ਤੇ ਆਇਆ, ਇਹ ਹੈਗਾ ਜਾਬੀ ਆ, ਇਹਨੂੰ ਪਰੇ ਦੂਰ ਹੀ ਰਹਿਣ ਦਿੰਦਾ ਤੇ ਸੌਖੇ ਰਹਿੰਦੇ, ਇਹ ਜੱਬ ਪਾਊਗੀ। ਹੁਣ ਕਈ ਵਾਰੀ ਸਾਡੇ ਵਰਗੇ ਸਟੇਜ ਤੇ 3 ਜਥੇ ਹੁੰਦੇ ਆ, ਤੇ ਪਹਿਲਾ ਜਥਾ ਲੱਗਾ ਹੁੰਦਾ ਤੇ ਦੂਜੇ ਦੇ ਅੰਦਰੋਂ ਬਦਦੁਆਈ ਨਿਕਲਦੀਆਂ ਹੁੰਦੀਆਂ ਵੀ ਸਾਰੀ ਸੰਗਤ ਨੇ ਇਹਨੂੰ ਦੇ ਜਾਣਾ, ਸਾਡੇ ਨਾਲ ਕੋਈ ਨਹੀਂ ਰਹਿ ਜਾਣਾ, ਇਹਦਾ ਗਲੋਂ ਲਵੇ ਟਾਈਮ ਹੋਵੇ ਛੇਤੀ। ਉਹ ਸਾਰੇ ਸਮੇਂ 'ਚ ਅੰਦਰੋਂ ਇਹੋ ਹੀ ਦੇਈ ਜਾਂਦਾ ਸੀ ਬਦਦੁਆਈ ਵੀ ਇਹ ਚੱਲ ਜੇ। ਤੇ ਉਹਨੇ ਅਜੇ ਸਿੱਖਿਆ ਦੇਣੀ ਆ। ਪਹਿਲੋਂ ਅੱਧਾ ਘੰਟਾ ਤੇ ਉਹ ਵਿਚਾਰਾ ਸੜਿਆ ਭੁੱਜਿਆ, ਤੇ ਮੁੜ ਕੇ ਉਹਦੀ ਵਾਰੀ ਆਈ, ਤੇ ਜਿਹਦਾ ਹਿਰਦਾ ਅੱਗੇ ਹੀ ਅੰਦਰੋਂ ਗਿਆ, ਉਹਨੇ ਕੀ ਸੁਣਾਉਣਾ ਤੁਹਾਨੂੰ? ਉਹਦੇ ਆਪ ਦੁਖੀ ਹੈ, ਜਿਹੜੇ ਫੁੱਲ 'ਚ ਆਪ ਨਹੀਂ ਮੈਂ ਕਿ ਤੁਹਾਨੂੰ ਕੀ ਦਊਗਾ? ਸਤਨਾਮ ਵਾਹਿਗੁਰੂ। ਇਸ ਕਰਕੇ ਮਹਾਰਾਜ ਕਹਿੰਦੇ ਕੋਈ ਐਸਾ ਖੰਜਰ ਨਹੀਂ ਜਿਹੜਾ ਇਸ ਮਾਇਆ ਨੂੰ ਜ਼ਖਮੀ ਕਰ ਸਕੇ, ਨਾ ਘਾਓ ਕਟਾਰਾ ਕਰ ਸਕੇ। ਨਾ ਇਹ ਕਿਸੇ ਤੋਂ ਜ਼ਖਮੀ ਹੁੰਦੀ ਹੈ, ਦੁਨੀਆ ਜ਼ਖਮੀ ਕੀਤੀ ਪਈ ਇਹਨੇ। ਪਰ ਆਖੋ ਸਤਨਾਮ ਵਾਹਿਗੁਰੂ। ਕਿਹੜਾ ਕਿਹਨੂੰ ਛੱਡਿਆ ਦੱਸੋ? ਜੋਗੀ ਜਿਹੜਾ ਨਾ, ਜੋਗੀ ਨੂੰ ਕਿਸੇ ਨੇ ਆਖਿਆ ਵੀ ਤੂੰ ਵਿਰਾਗੀ ਆ, ਛੱਡਤਾ। ਉਹਨੇ ਵਿਆਹ ਨਹੀਂ ਕਰਾਇਆ, ਹੈ ਨਾ, ਵਿਆਹ ਨਹੀਂ ਕਰਾਇਆ, ਬੱਚੇ ਉਹਦੇ ਨਹੀਂ, ਕੋਠੀ ਉਹਦੇ ਨਹੀਂ, ਉਹਨੇ ਭਗਵੇਂ ਕੱਪੜੇ ਪਾਲੇ। ਪਰ ਗੁਰੂ ਨਾਨਕ ਸਾਹਿਬ ਦੀ ਜਦੋਂ ਇਹਨਾਂ ਨਾਲ ਟੱਕਰ ਹੋਈ, ਤੇ ਉਹਨਾਂ ਨੇ ਬਾਬੇ ਨੂੰ ਖਰੀਦਣ ਵਾਸਤੇ ਕੀ ਕੀਤਾ? ਕਹਿੰਦੇ ਬਾਬਾ ਜੀ ਪਾਣੀ ਲਿਆਇਓ ਜਾ ਕੇ। ਗੁਰੂ ਨਾਨਕ ਸਾਹਿਬ ਜੀ ਨੇ ਹੱਥ 'ਚ ਪੜਿਆ ਖੱਪਰ। ਭਾਈ ਗੁਰਦਾਸ ਜੀ ਕਹਿੰਦੇ ਖੱਪਰ ਦਿੱਤਾ ਨਾਥ ਜੀ, ਭਰ ਪਾਣੀ ਲੈਵਣੇ ਉੱਠ ਚਾਲਾ। ਬਾਬਾ ਆਇਆ ਪਾਣੀਐ, ਡਿੱਠੇ ਰਤਨ ਜਵਾਹਰ ਲਾਲਾ। ਜਦੋਂ ਗੁਰੂ ਨਾਨਕ ਸਾਹਿਬ ਉੱਥੇ ਪਹੁੰਚੇ, ਉੱਥੇ ਪਾਣੀ ਸੁੱਕ ਗਿਆ, ਤੇ ਜਿਹੜੇ ਪੱਥਰ ਸੀ ਨਾ, ਪੱਥਰ ਜੋਗੀਆਂ ਨੇ ਆਪਣੀ ਸਿੱਧੀ ਦੇ ਨਾਲ, ਕਰਾਮਾਤ ਦੇ ਨਾਲ, ਉਹ ਸੋਨਾ ਚਾਂਦੀ ਤੇ ਪੱਥਰ ਜਿਹੜੇ ਮੋਤੀ ਹੀਰੇ ਬਣਾਤੇ। ਜਦੋਂ ਮੋਤੀ ਹੀਰੇ ਬਣਾਤੇ ਤੇ ਮਰਦਾਨਾ ਕਹਿੰਦਾ ਬਾਬਾ ਹਾ, ਤੇ ਰੋਗੀ ਆ ਗਿਆ। ਕਹਿੰਦਾ ਵਿਛਾਵਾਂ ਚਾਦਰ ਬਾਬਾ? ਆਖੋ ਸਤਨਾਮ ਵਾਹਿਗੁਰੂ। ਹੁਣ ਤੁਸੀਂ ਜਿੰਨੇ ਵੀ ਬੈਠੇ ਇੱਥੇ ਮਾਈਂਡ ਨਾ ਕਰਿਓ, ਆਪਾਂ ਸਾਰੇ ਲਾਈਵ ਚੱਲਣ ਦਿਆ। ਜਿੰਨੀ ਦੁਨੀਆ ਮੰਦਿਰ 'ਚ ਜਾਂਦੀ, ਗੁਰਦੁਆਰੇ ਜਾਂਦੀ, ਚਰਚ 'ਚ ਜਾਂਦੀ, ਕੀ ਲੈਣ ਜਾਂਦੀ ਹੈ? ਮਾਇਆ ਨੂੰ। ਹਰ ਬੰਦਾ ਮਾਇਆ ਲਈ ਬੈਠਾ ਕਿ ਬਾਬਾ ਜੀ ਮੇਰਾ ਆਹ ਕਾਰਜ ਹੋ ਜੇ। ਆ ਪਰਮੇਸ਼ਰ ਨੂੰ ਤਾਂ ਨਹੀਂ ਮਿਲਣ ਵਾਲਾ ਕੋਈ ਵਿਰਲਾ ਜਿਹੜਾ ਕੋਈ ਮੈਨੂੰ ਪ੍ਰਭੂ ਦਰਸ਼ਨ ਦੇਣ, ਮੈਨੂੰ ਮਿਲਣ। ਭੁੱਲ ਜੋ
ਸਭ ਪਾਸੇ ਇਹਦਾ ਹੀ ਪ੍ਰੋਗਰਾਮ ਬਣਿਆ ਫਿਰਦਾ। ਤੋ ਇਸ ਕਰਕੇ ਮਹਾਰਾਜ ਨੇ ਸੋਚਿਆ ਵੀ ਸਿੱਧ ਬਚੇ ਹੋਣੇ ਆ, ਇਹਨਾਂ ਵਿਆਹ ਵੀ ਨਹੀਂ ਕਰਾਇਆ, ਘਰੋਂ ਬਾਹਰੋਂ ਨਿਕਲੇ, ਕੰਨ ਪੜਵਾਏ, ਭਗਵੇਂ ਕੱਪੜੇ ਪਾਏ, ਵਿਚਾਰੇ ਵਧੀਆ ਬੰਦੇ ਆ। ਉਹ ਵਧੀਆ ਕਿੱਥੇ, ਉਹ ਤੇ ਬਾਬੇ ਨੂੰ ਕਾਬੂ ਕਰਨ ਨੂੰ ਫਿਰਦੇ। ਉਹਨਾਂ ਵੇਖਿਆ ਵੀ ਇਹਨੂੰ ਵੇਖੀਏ ਕਿੱਥੇ ਕਰੇ। ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਮਰਦਾਨਿਆ ਭੁੱਲ ਕੇ ਵੀ ਹੱਥ ਨਾ ਲਾਈ। ਕਹਿੰਦੇ ਬਾਬਾ ਢੇਰੀਆਂ ਲੱਗੀਆਂ ਪਈਆਂ, ਜੇ 2 ਕਿਲੋ ਗਰੀਬ ਲੈ ਲੂਗਾ ਤੇ ਕਿਹੜਾ ਫਰਕ ਪੈਣ ਲੱਗਾ ਵੀ ਕਿਤੇ ਜਾ ਕੇ ਆਪਾਂ ਵੀ ਘਰੇ ਜਾ ਕੇ ਬੱਚਿਆਂ ਨੂੰ ਚੰਗੇ ਲੀੜੇ ਕੱਪੜੇ ਬਣਾ ਦਾਂਗੇ। ਮਹਾਰਾਜ ਕਹਿੰਦੇ ਹੱਥ ਨਾ ਲਾਈ, ਆਪਣੀ ਪਰਖ ਹੋਣ ਲੱਗੀ ਆ। ਉਹ ਐਵੇਂ ਨਹੀਂ ਬੈਠੇ ਉਹ ਜਿਹੜੇ ਪਾ ਕੇ ਗੇਰੂਏ ਕੱਪੜੇ। ਨਾਨਕ ਨਿਰਮਲ ਪੰਥ ਚਲਾਇਆ, ਇਸ ਨਿਰਮਲ ਨੂੰ ਦਾਗੀ ਕਰਨਾ ਚਾਹੁੰਦੇ ਆ। ਇਹਨੂੰ ਦਾਗ ਲੱਗ ਜਾਣਾ ਹੀ। ਜੇ ਅੱਜ ਤੂੰ ਇੱਥੋਂ ਮੁੱਠ ਭਰ ਲਈ ਨਾ, ਭਰੀ ਨਾ, ਅੱਜ ਦਾਗ ਨਾ ਲਾ ਦੀ ਮੇਰੇ ਨਿਰਮਲ ਪੰਥ ਨੂੰ। ਬਾਬਾ ਵਾਪਸ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਤਿਗੁਰ ਬੋਲੇ ਨਾਥ ਜੀ, ਪਾਣੀ ਠੌੜ ਨਹੀਂ ਤੇ ਸਤਾਲਾ, ਸਤਿਗੁਰੂ ਅਗਮ ਅਗਾਧ ਬੋਧ, ਕਿਹੜਾ ਝੱਲੇ ਗੁਰੂ ਦੀ ਚੱਲ। ਮਹਾਰਾਜ ਸਾਹਿਬ ਜੀ ਹੱਸ ਕੇ ਕਹਿੰਦੇ, ਉੱਥੇ ਪਾਣੀ ਕੋਨੀ ਹੈ। ਤੇ ਸਿੱਧ ਕਹਿੰਦੇ ਫਿਰ ਉੱਥੇ ਕੀ ਆ? ਮਹਾਰਾਜ ਕਹਿੰਦੇ ਉੱਥੇ ਪੱਥਰ ਪਿਆ, ਹੋਰ ਕੀ ਆ? ਇੱਕ ਸਿੱਧ ਕਹਿੰਦਾ, ਬਾਬਾ ਤੂੰ ਬੱਚਾ ਏ, ਉੱਥੇ ਪੱਥਰ ਥੋੜਾ, ਉਹ ਤੇ ਸੋਨਾ ਚਾਂਦੀ ਮੋਤੀ ਹੀਰੇ ਆ। ਉਹ ਜਿਹੜਾ ਖੱਪਰ ਸੀ ਗੁਰੂ ਨਾਨਕ ਸਾਹਿਬ ਨੇ ਵੱਟ ਕੇ ਥੱਲੇ ਮਾਰਿਆ। ਕਹਿੰਦੇ ਜਾਓ ਓਏ ਜੋਗੀਓ ਸਿੱਧੋ, 400 ਸਾਲ ਹੋ ਗਿਆ ਪੱਥਰ ਤੇ ਤੁਹਾਨੂੰ ਪਿਛਾ ਘਸਾਉਂਦਿਆਂ ਹੈ। ਸਾਰਾ ਕੁਝ ਛੱਡ ਕੇ ਤੇ ਅਜੇ ਵੀ ਮਾਇਆ ਦੇ ਵਿੱਚ ਹੀ ਵੜੇ ਫਿਰਦੇ ਆ, ਤੇ ਲਾਹਣਤ ਤਾਂ ਤੁਹਾਡੀ ਭਗਤੀ। ਸਿੱਧਾਂ ਦੇ ਅੰਦਰ ਸੱਟ ਲੱਗ ਗਈ। ਉਹਨਾਂ ਕਿਹਾ ਬਹੁਤ ਵੱਡੀ ਭੁੱਲ। ਮਾਰੇ ਕਹਿੰਦੇ ਵੀ ਅਸੀਂ ਸੋਚਿਆ ਵੀ ਤੁਸੀਂ ਸ਼ਾਇਦ ਰੱਬ ਦੇ ਨੇੜੇ ਆ, ਵੀ ਛੱਡਿਆ ਦੁਨੀਆਦਾਰੀ ਦਾ ਮੋਹ, ਸਿਰ 'ਚ ਸਵਾਹ ਪਾਈ ਆ ਕਰੀਮਾਂ ਕਰੂਮਾਂ ਛੱਡਤੀਆਂ ਵਾ, ਲੀੜਾ ਕੱਪੜਾ, ਵੀ ਤੁਹਾਡੇ ਕੋਲ ਰੱਬ, ਤੁਸੀਂ ਵੀ ਮਾਇਆ 'ਚ ਹੀ ਬੜੀ ਫਿਰਦੇ, ਫਿਰ ਗ੍ਰਸਤੀਆਂ ਦਾ ਤੇ ਤੁਹਾਡਾ ਕੀ ਫਰਕ ਹੋਇਆ? ਤੇ ਮਹਾਰਾਜ ਕਹਿੰਦੇ ਚੱਲ ਮਰਦਾਨਿਆ, ਇਹਨਾਂ ਦੇ ਕੋਲ ਨਹੀਂ ਰੁਕਣਾ, ਇਹਨਾਂ ਨੂੰ ਬੁਲਾਉਣਾ ਹੀ ਨਹੀਂ ਹੈ। ਫਿਰ ਉਹਨਾਂ ਨੇ ਮਹਾਰਾਜ ਦੇ ਚਰਨ ਫੜੇ। ਸ਼ਬਦ ਜਿੱਤੀ ਸਿੱਧ ਮੰਡਲੀ, ਕੀ ਤੁਸ ਆਪਣਾ ਪੰਥ ਨਿਰਾਲਾ। ਬਾਬੇ ਨੇ ਸ਼ਬਦ ਨਾਲ ਜਿੱਤ ਲਿਆ ਤੇ ਉਹ ਸਾਰੇ ਮਗਰ ਮਗਰ ਫਿਰਨ, ਬਾਬਾ ਸਾਨੂੰ ਸਿੱਖ ਬਣਾ ਲਾ, ਇੱਦਾਂ ਨਾ ਕਰ, ਸਾਨੂੰ ਇੱਥੇ ਧੱਕਾ ਦੇ ਕੇ ਨਾ ਜਾ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਫਿਰ ਆ ਪਖੰਡ ਜੇ ਕਰਨ ਵੜ ਜਾਓ, ਚੰਗੀ ਤਰ੍ਹਾਂ ਸਿਰ ਵਾਹੋ, ਇਹ 'ਚ ਪਾਓ ਦਹੀਂ ਲੱਸੀ, ਚੰਗੀ ਤਰ੍ਹਾਂ ਨਵਾ ਧਵਾ ਕੇ ਸੋਹਣੇ ਜਿਹੇ ਕੱਪੜੇ ਪਾਓ ਤੇ ਪਿੰਡ ਨੂੰ ਚੱਲੀਏ, ਜਾ ਕੇ ਘਰਾਂ 'ਚ ਵਿਆਹ ਕਰਾਓ ਤੇ ਜੀ ਪਾਲੋ। ਤੇ ਵੱਡੀ ਭਗਤੀ ਇਹੋ ਹੀ ਆ ਗ੍ਰਸਤੀ। ਇੱਥੇ ਤੁਸੀਂ ਇੰਨੇ ਸਾਲ ਹੋ ਗਏ ਬੈਠਿਆਂ ਨੂੰ ਤੇ ਤੁਹਾਡੇ ਪੱਲੇ ਤੇ ਕੁਝ ਹੈ ਨਹੀਂ ਆ। ਜਾਣੀ ਇੱਥੋਂ ਪਤਾ ਲੱਗਦਾ ਕਿ ਮਾਇਆ ਨੇ ਕੋਈ ਨਹੀਂ ਬਖਸ਼ਿਆ। ਤੇ ਜਦੋਂ ਮਹਾਰਾਜ ਨੇ ਉਪਦੇਸ਼ ਦਿੱਤਾ ਨਾ ਉਹਨਾਂ ਸਿੱਧਾਂ ਨੂੰ, ਤਿੰਨ ਪੈਗਾਮ ਆ ਮੇਰੇ ਬਾਬੇ ਦੇ। ਕਿਹੜੇ ਕਿਹੜੇ ਜੀ? ਕਿਰਤ ਕਰੋ ਨਾਮ, ਉੱਚੀ ਬੋਲ ਦਿਓ ਮੜਿਆ। ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ। ਸਿੱਧਾਂ ਨੂੰ ਮਹਾਰਾਜ ਨੇ ਆਖਿਆ ਜੇ ਮੇਰੇ ਸਿੱਖ ਵਾਨਾ 3 ਚੀਜ਼ਾਂ ਕਰੋਗੇ। ਸਿੱਧ ਕਹਿੰਦੇ ਜੀ। ਮਹਾਰਾਜ ਕਹਿੰਦੇ ਪਹਿਲਾਂ ਕਿਰਤ ਕਰਨੀ ਪੈਣੀ, ਭਾਵੇਂ ਮੱਝਾਂ ਰੱਖ ਕੇ ਦੁੱਧ ਪਾਓ, ਜੁੱਤੀਆਂ ਗੰਢੋ, ਸਬਜ਼ੀ ਦੀ ਰੇਹੜੀ ਲਾਓ, ਖੇਤਾਂ 'ਚ ਬਲਦ ਵਾਓ, ਕਿਰਤ ਕਰੋਗੇ? ਸਿੱਧ ਕਹਿੰਦੇ ਕਰਾਂਗੇ। ਮਹਾਰਾਜ ਨੇ ਆਖਿਆ ਨਾਮ ਜਪੋਗੇ? ਉਹ ਕਹਿੰਦੇ ਉਹ ਤੇ ਅੱਗੇ ਵੀ ਜਪੀ ਦੇ, ਚੱਲ ਹੁਣ ਹੋਰ ਜਪਾਂਗੇ। ਤੀਜਾ ਬਚਨ ਸੀ ਵੰਡ, ਵੰਡ ਕੇ ਛਕੋਗੇ। ਸਿੱਧ ਥੋੜੇ ਮੱਠੇ ਪੈ ਗਏ ਨਾ, ਕਿਉਂਕਿ ਇਹ ਸ਼ਬਦ ਔਖਾ ਨਾ। ਹੁਣ ਕਿਸੇ ਕੋਲ 40 ਕਿੱਲੇ ਆ ਤੇ ਕਿਸੇ ਕੋਲ 2 ਕਨਾਲਾ। ਹੁਣ 40 ਕਿੱਲਿਆਂ ਵਾਲਾ ਮੈਂ ਤਾਂ ਨਹੀਂ ਵੇਖਿਆ ਕੋਈ ਵੰਡਦਾ। ਆਖੋ ਵਾਹਿਗੁਰੂ। ਸਗੋਂ ਜਿਹਦੀਆਂ 2 ਕਨਾਲਾਂ ਨਾ ਗੁੱਸਾ ਨਾ ਕੋਈ ਕਰੇ, ਉਹਦਾ ਫਿਰ ਵੀ ਦਿਲ ਦਰਿਆਈ, ਉਹ ਫਿਰ ਵੀ ਕਹਿ ਦੂਗਾ ਆ ਯਾਰ ਤੈਨੂੰ ਖਵਾਈਏ ਪਈਏ। ਜਿੰਨਾ ਵੱਡਾ ਬੰਦਾ ਉਹਦੀ ਨੀਤ ਓਨੀ ਮਾੜੀ, ਕਿਉਂਕਿ ਮੇਰਾ ਤੇ ਵਾਹ ਪੈਂਦਾ ਰਹਿੰਦਾ। ਗਰੀਬ ਦੇ ਘਰ 'ਚ ਪ੍ਰੋਗਰਾਮ ਕਰ ਲਾ, ਪਹਿਲਾਂ ਹੀ ਸਰੋਪੇ ਦੇ ਨਾਲ ਹੀ ਬਾਬਾ ਜੀ ਕੋਈ ਭੁੱਲ ਚੁੱਕ ਹੋਊਗੀ, ਜਿੰਨਾ ਵੱਡਾ ਉਹ ਕਥਾ ਹੋ ਜੂਗੀ। ਆਖੀ ਦਾ ਵਾਹਿਗੁਰੂ ਸੇਵਾ ਦਿਓ, ਜਾਣਾ ਬਾਬਾ ਜੀ 2 ਮਿੰਟ ਬੈਠੋ ਮਿਲਦੇ ਆ। ਮੈਂ ਕਿਹਾ 12 ਵਜੇ ਦੇ ਬੈਠੇ 2 ਤੇ ਵੱਜ ਗਏ, ਹੁਣ ਤੇ ਸੇਵਾ ਦੇ ਦਿਓ, ਜਿਹੜਾ 500,000 ਦੇਣਾ ਵਾ। ਫਿਰ ਜਾ ਕੇ ਕਿਤੇ ਲਿਆ ਲਿਓ ਕੇ ਉਹ ਵੀ ਮਹਾਂ ਹੀ ਕਿਤੇ ਲੱਭ ਲੁੱਭ ਕੇ ਤੇ ਫਿਰ ਕਹਿਣਗੇ ਚੰਗਾ ਬਾਬਾ ਜੀ ਭੁੱਲ ਚੁੱਕ ਮਾਫ਼ ਕਰਿਓ। ਮੈਂ 2.5 ਘੰਟੇ ਦੇ ਮਿੰਨਤਾਂ ਕਢਾਈਆਂ, ਹੁਣ ਮੈਂ ਤੈਨੂੰ ਕੀ ਮਾਫ਼ ਕਰਾਂ ਪ੍ਰਸਾਦ। ਗੁੱਸਾ ਨਾ, ਇਹ ਸੱਚਾਈ ਹੈ। ਜਿੰਨਾ ਬੰਦਾ ਗਰੀਬ ਸਾਦਾ ਹੋਊਗਾ ਉਹਦੇ 'ਚ ਚਾਅ ਵਾ। ਕਈ ਵੱਡੇ ਵੀ ਹੈਗੇ ਵਧੀਆ ਪਰਿਵਾਰ ਜਿਹੜੇ ਜੁੜੇ ਜ਼ਿਲ੍ਹੇ ਪੁਰਖਿਆਂ ਤੋਂ, ਜਿਨ੍ਹਾਂ ਤੇ ਮਹਾਰਾਜ ਦੀ ਮਿਹਰ ਆ, ਉਹ ਇੱਦਾਂ ਸੁਣਦੇ ਬਾਣੀ ਨੂੰ। ਕਿਆ ਬਾਤਾਂ, ਸਾਰੇ ਨਹੀਂ ਇੱਕੋ ਜਵਾਬੀ ਤੇ ਬੜੀਆਂ ਰੂਹਾਂ ਰੰਗੀਆਂ ਹੈਗੀਆਂ। ਇੱਦਾਂ ਦੇ ਸਿੰਘ ਬੈਠੇ ਸੋਨੇ ਦੇ 골ਡ ਮੈਡਲ।
ਇਹ ਨਹੀਂ ਵੀ ਅਮੀਰ ਨਹੀਂ ਵਧੀਆ, ਕਈ ਫੈਮਲੀਆਂ ਇਦਾਂ ਦੀਆਂ ਸਪੈਸ਼ਲ ਦੇ ਵਿੱਚ ਸੋਨੇ ਦੇ 골ਡ ਮੈਡਲ ਰਾਗੀ ਸਿੰਘਾਂ ਦੇ ਗਲ 'ਚ ਪਾ ਕੇ ਬਾਬੇ ਦੀ ਬਾਣੀ ਸੁਣਾਈ ਆ, ਬਾਬੇ ਦੀ ਸਿਫਤ ਸੁਣਾਈ ਆ, ਸਾਰੇ ਸਤਿਕਾਰਯੋਗ ਆ। ਪਰ ਕੁਝ ਕੁ ਮੈਂ ਜ਼ਿਕਰ ਕੀਤਾ ਤੇ ਬਾਬੇ ਨੇ ਆਖਿਆ ਵੰਡ ਛਕੋਗੇ ਸਿੱਧ ਥੋੜੇ ਜੇ ਹੌਲੀ ਬੋਲੇ। ਇੱਕ ਕਹਿੰਦਾ ਜੀ ਮਹਾਰਾਜ ਇਹ ਕੰਮ ਔਖਾ ਜਿਹਾ ਵੰਡ ਕੇ ਛਕਣ ਵਾਲਾ, ਇਹ ਨਹੀਂ ਹੋ ਸਕਦਾ ਮਹਾਰਾਜ। ਕਹਿੰਦੇ ਬਾਕੀ ਮੰਨ ਗਏ, ਤੈਨੂੰ ਕੀ ਗੱਲ ਆ? ਕਹਿੰਦੇ ਜੀ ਮੇਰੀ ਇੱਕ ਪਰਖ ਆ। ਬਾਬੇ ਨਾਨਕ ਨੂੰ ਸਿੱਧ ਕਹਿੰਦਾ ਵੀ ਮੇਰੀ ਥੋੜੀ ਜੀ ਪ੍ਰੋਬਲਮ ਆ, ਮੈਨੂੰ ਇੱਕ ਗੱਲ ਸਮਝਾ ਦਿਓ। ਬੰਦਾ ਬੜਾ ਸ਼ਾਤਰ ਸੀ, ਉਹਨੇ ਕਿਹਾ ਬਾਬੇ ਨੂੰ ਫਸਾ ਲੈਣਾ। ਉਹਨੇ ਕੀ ਕੀਤਾ, ਆਪਣੀ ਜੇਬ ਚੋਂ ਇੱਕ ਤਿਲ ਕੱਢਿਆ ਤੇ ਗੁਰੂ ਨਾਨਕ ਸਾਹਿਬ ਦੀ ਤਲੀ ਤੇ ਰੱਖਤਾ ਤੇ ਮਾਰੇ ਕਹਿੰਦੇ ਇਹ ਕੀ ਹੈ? ਕਹਿੰਦਾ ਬਾਬਾ 84 ਅਸੀਂ ਤੇ 2 ਜਾਣੇ ਤੁਸੀਂ, ਕਿੰਨੇ ਬਣ ਗਏ? 86 ਹੋ ਗਏ ਨਾ। ਕਹਿੰਦੇ ਬਾਬਾ 86 ਜਾਣਿਆਂ ਨੂੰ ਤਿਲ ਵੰਡ ਦੇ ਤੇ ਮੈਂ ਉੱਠ ਕੇ ਕਹਿ ਦੂੰਗਾ ਬਾਬਾ ਤੇਰਾ ਪੈਗਾਮ ਮਨਜ਼ੂਰ ਆ। ਮਰਦਾਨਾ ਕਹਿੰਦਾ ਲੈ ਬਾਬਾ ਹੁਣ ਗਏ। ਪਹਿਲਾਂ ਤੇ ਆਪਾਂ ਸ਼ਬਦ ਸੁਣਾ ਕੇ ਤੇ ਇਹਨਾਂ ਦਾ ਮਨ ਜਿੱਤ ਲਿਆ, ਇਹ ਆਪਾਂ ਨੂੰ ਗੁਰੂ ਬਣਾਉਣ ਲਈ ਤਿਆਰ ਹੋ ਗਏ, ਪਰ ਹੁਣ ਔਖਾ ਹੀ। ਮਾਰੇ ਕਹਿੰਦੇ ਹੁਣ ਕੀ ਹੋਇਆ? ਕਹਿੰਦਾ ਬੰਦੇ 86 ਤੇ ਤਿਲ ਇੱਕ, ਤੇ ਕਿੱਦਾਂ ਵੰਡੇਗਾ? ਇਹ ਨਹੀਂ ਵੰਡਿਆ ਜਾਣਾ। ਮਹਾਰਾਜ ਕਹਿੰਦੇ ਮਰਦਾਨਿਆ ਉਹ ਕਰਤਾਰ ਬੈਠਾ ਨਾ, ਜਦੋਂ ਸਾਰੇ ਰਸਤੇ ਬੰਦ ਹੋ ਜਾਣ, ਭੈਣ ਭਰਾ ਰਿਸ਼ਤੇਦਾਰ ਜਵਾਬ ਦੇ ਜਾਣ, ਦੁਨੀਆ ਮੁੱਖ ਮੋੜ ਲੈ, ਫੋਨ ਬੰਦ ਕਰ ਲੈਣ, ਕੋਈ ਤੇਰੀ ਬਾਤ ਨਾ ਪੁੱਛੇ, ਫਿਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਕੇ ਟਹਿ ਪਈ। ਦੇਗ ਲਈ ਦਹਾਂ ਦੀ ਗੱਲ 'ਚ ਪੱਲਾ ਪਾਲੀ, ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀ। ਇੱਦਾਂ ਦੇ ਪਰਿਵਾਰ ਇੱਥੇ ਬੈਠੇ ਆ ਜਿਹੜੇ ਰੋਟੀ ਤੋਂ ਵੀ ਤੰਗ ਸੀ, ਅੱਜ ਲੰਗਰ ਚੱਲਣ ਦਾ ਉਹਨਾਂ ਦੇ ਲੰਗਰ। ਅਮਰੀਕਾ ਕੈਨੇਡਾ 'ਚ ਟਰਾਲੇ ਚੱਲਣ ਦਾ, ਕਿੱਥੋਂ? ਕਿਉਂਕਿ ਜਿੱਦਣ ਸਾਰਾ ਕੁਝ ਜਵਾਬ ਦੇ ਗਿਆ, ਬਾਪੂ ਦੇ ਚਰਨ ਫੜ ਲਏ, ਬਾਪੂ ਨੇ ਬਾਂਹ ਫੜ ਲਈ। ਐਵੇਂ ਨਹੀਂ ਆਪਾਂ ਕਹਿੰਦੇ ਸਗਲ ਦਵਾਰ ਕੋ ਛਾੜ ਕੇ ਤੁਹਾਰ ਦੁਆਰ। ਮਹਾਰਾਜ ਕਹਿੰਦੇ ਮਰਦਾਨਿਆ ਹੌਸਲਾ ਨਹੀਂ ਛੱਡੀਦਾ ਹੁੰਦਾ। ਪਰਮੇਸ਼ਰ ਅੱਗੇ ਅਰਦਾਸ ਕਰਦੇ ਕੋਈ ਹੱਲ ਨਿਕਲੂਗਾ। ਜਦੋਂ ਪਰਮੇਸ਼ਰ ਅੱਗੇ ਆਪ ਹੀ ਪਰਮੇਸ਼ਰ ਸੀ, ਇੱਕ ਸਾਨੂੰ ਜੋੜਨਾ ਸੀ। ਜਦੋਂ ਉੱਥੇ ਮਹਾਰਾਜ ਨੇ ਨੇਤਰ ਬੰਦ ਕੀਤੇ, ਕਹਿੰਦੇ ਜੋਗੀ ਨੂੰ ਕਹਿੰਦੇ ਜਾ ਕੁੰਡਾ ਡੰਡਾ ਲਿਆ। ਉਹ ਕਹਿੰਦਾ ਏ ਇੱਕ ਤਿਲ ਨੂੰ ਚੱਲ ਰਗੜ ਵੀ ਲਊ ਬਾਬਾ, ਤੇ ਉਹ ਤੇ ਕੁੰਡੇ ਨੇ ਲੱਗ ਜਾਣਾ। ਫਿਰ ਕਿਹੜਾ? ਉਹਨੇ ਭੱਜ ਕੇ ਕੁੰਡਾ ਡੰਡਾ ਲਿਆਂਦਾ ਤੇ ਮਹਾਰਾਜ ਨੇ ਤਿਲ ਸੁੱਟ ਕੇ ਤੇ ਰਗੜਾ ਮਾਰਿਆ ਤੇ ਜੋਗੀ ਹੱਸ ਪਿਆ। ਕਹਿੰਦੇ ਵੀ ਇਹ ਤੇ ਜਿਹੜਾ ਭੋਰਾ ਮਰਸਾ ਉਹ ਕੁੰਡੇ ਨਾਲ ਲੱਗ ਗਿਆ, ਕੁਝ ਡੰਡੇ ਨਾਲ। ਤੇ ਹੁਣ ਮਹਾਰਾਜ ਕਹਿੰਦੇ ਖੜੋ ਜਾ, ਕਾਲਾ ਕਿਉਂ ਪੈਂਦਾ? ਸਾਹਿਬ ਜੀ ਨੇ ਭਰ ਕੇ 5 ਬੁੱਕ ਜਲ ਦੇ ਵਿੱਚ ਪਾਏ, ਫੇਰ ਡੰਡਾ ਘੁਮਾਇਆ, ਤਿਲ ਵਿੱਚ ਘੁਲ ਗਿਆ। ਮਹਾਰਾਜ ਕਹਿੰਦੇ ਮਾਰੋ ਚੌਂਕੜੀ। ਇੱਕ ਚੁਲਾ ਭਰ ਕੇ ਸਭ ਨੂੰ ਛਕਾ ਕੇ ਮਹਾਰਾਜ ਕਹਿੰਦੇ ਹੁਣ ਦੱਸ ਡੰਡੌਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ। ਬਾਬੇ ਨਾਨਕ ਦੇ ਚਰਨ ਫੜ ਲਏ, ਕਹਿੰਦੇ ਮਾਲਕਾ ਅੱਜ ਪਤਾ ਲੱਗਾ ਰੱਬ ਨਾਲ ਮੱਥਾ ਲਾਉਣਾ ਔਖਾ। ਮਹਾਰਾਜ ਮਨਜ਼ੂਰ ਆ। 3 ਪੈਗਾਮ ਆ ਸਿੱਖਾਂ ਵਾਸਤੇ, ਜਿਨ੍ਹਾਂ ਨੂੰ ਗੋਰਿਆਂ ਨੇ ਵੀ ਫੋਲੋ ਕੀਤਾ। ਅੱਜ ਕਹਿੰਦੇ ਇਹ ਕੌਮ ਆ ਸਿੱਖਾਂ ਦੀ ਜਿਹੜੇ ਦੁੱਧ ਦੀਆਂ ਛਬੀਲਾਂ ਲਾ ਦਿੰਦੇ, ਜੂਸ ਦੀਆਂ ਛਬੀਲਾਂ ਲਾ ਦਿੰਦੇ। ਕੌਮ ਕਿੱਦਾਂ ਦੀ ਆ? ਜਿਹੜੇ ਫਰੀਜ ਜਾਂ ਕਰੋਨਾ ਦੇ ਵਿੱਚ ਸਾਰੀ ਦੁਨੀਆ ਲੋਗੀ ਸੀ, ਜੋ ਕੋਈ ਮਰਜ਼ੀ ਕਵੇ। ਜੇ ਗਲੀਆਂ ਦੇ ਵਿੱਚ, ਸ਼ਮਸ਼ਾਨ ਦੇ ਵਿੱਚ, ਬਾਜ਼ਾਰਾਂ ਦੇ ਵਿੱਚ ਕੋਈ ਫਿਰਦਾ ਸੀ ਤੇ ਬਾਬੇ ਨਾਨਕ ਦੀ ਦਾੜੀ ਤੇ ਪੱਗ ਵਾਲਾ। ਇਹ ਮਾਣ ਹੈ, ਆਪਣੀ ਕੌਮ ਤੇ ਫਖਰ ਕਰਿਆ ਕਰੋ। ਜੇ ਕੋਈ ਦਿਸਦਾ ਸੀ ਨਾ ਕਿਸੇ ਦੀ ਬਾਂਹ ਫੜਦਾ ਤੇ ਗੁਰੂ ਨਾਨਕ ਦਾ, ਸਿੱਖ ਦੀ ਦਾ ਸੀ। ਐਵੇਂ ਨਹੀਂ ਇਹਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ, ਜਿਮੀ ਤੋਂ ਅਸਮਾਨ ਤੱਕ ਪਹੁੰਚਾਇਆ। ਇਹ 3 ਪੈਗਾਮ ਦੇ ਕੇ ਮਹਾਰਾਜ ਨੇ ਸਿੱਧਾ ਨੂੰ ਜਿੱਤ ਲਿਆ। ਇੱਥੇ ਮਹਾਰਾਜ ਜੀ ਕਹਿੰਦੇ ਆ ਮਾਇਆ ਨੇ ਸਾਰੀ ਦੁਨੀਆ ਛਲ ਲਈ ਆ, ਪਰ ਮਾਇਆ ਨੂੰ ਕੋਈ ਛਲ ਨਹੀਂ ਸਕਦਾ, ਤੇ ਨਾ ਕੋਈ ਇਦਾਂ ਦਾ ਹਥਿਆਰ ਹੀ ਹੈ ਜਿਹੜਾ ਮਾਇਆ ਦੀ ਵੱਖੀ 'ਚ ਮਾਰ ਦੇ, ਘਾਓ ਕਟਾਰਾ ਕਰ ਸਕੇ। ਸਾਰੀ ਦੁਨੀਆ ਜ਼ਖਮੀ ਕੀਤੀ ਮਾਇਆ ਨੇ। ਭਰਾ ਤੋਂ ਭਰਾ ਖੋਲਿਆ, ਮਾਂ ਪਿਓ ਤੋਂ ਬੱਚੇ ਦੂਰ ਕਰਤੇ, ਭੈਣਾਂ ਤੋਂ ਭੈਣਾਂ ਤੋੜਤੀਆਂ, ਪਰ ਇਹਨੂੰ ਜਿਹੜਾ ਕੋਈ ਕਾਬੂ ਕਰਨ ਵਾਲਾ ਮਹਾਰਾਜ ਕਹਿੰਦੇ ਉਹ ਐਸਾ ਅਜੇ ਜੰਮਿਆ ਨਹੀਂ। ਜਿਉ ਸਾਹਿਬ ਰੱਖੇ ਤਿਉ ਰਹੇ, ਇਸ ਲੋਭੀ ਕਾ ਜੀਉ ਟਲ ਪਲੇ। ਕਹਿੰਦੇ ਜਿੱਥੇ ਸਾਹਿਬ ਰੱਖਦਾ ਹੈ ਉੱਥੇ ਰਹਿਣਾ ਪੈਣਾ। ਇਹ ਲੋਭੀ ਆ ਬੰਦਾ, ਇਹਦਾ ਜੀਉ ਟਲ ਪਲੇ, ਇਹਦਾ ਅੰਦਰ ਟਿਕਦਾ ਨਹੀਂ। ਆਪਾਂ ਸਾਰੇ ਇੱਕੋ ਜਿਹੇ ਹਾਂ। ਜਿੱਥੇ ਮਹਾਰਾਜ ਨੇ ਰੱਖਣਾ ਆਪਾਂ ਨੂੰ, ਬੋਲੋ ਜੀ ਵਾਹਿਗੁਰੂ, ਰਹਿਣਾ ਪੈਣਾ ਨਾ। ਪਰ ਬੰਦੇ ਦਾ ਅੰਦਰ ਨਹੀਂ ਟਿਕਣ ਦਿਆ। ਫਿਰ ਬੰਦਾ ਕਹਿੰਦਾ, ਆਪਾਂ ਕਹਿੰਦੇ ਨਾ ਕੋਈ ਨਹੀਂ ਵਾਹਿਗੁਰੂ ਭਲਾ ਕਰੋ ਜੀ, ਬਾਣੀ ਪੜੋ। ਬੰਦਾ ਇੱਥੇ ਕਹਿ ਜਾਂਦਾ, ਬਾਹਰ ਜਾ ਕੇ ਕਹਿੰਦਾ ਇੱਕ ਵਾਰੀ ਯਤਨ ਜਿਹਾ ਤੇ ਕਰਕੇ ਵੇਖੀਏ।
ਜਾਣੀ ਅੰਦਰ ਫੇਰ ਨਹੀਂ ਖੜੋਤਾ ਵੀ ਮੈਂ ਗੁਰੂ ਘਰੋਂ ਆਇਆ ਵਾਂ, ਅਰਦਾਸ ਹੋ ਗਈ ਗ੍ਰੰਥੀ ਕੋ, ਚਲੋ ਕਿਤੇ ਮੇਰਾ ਫੈਲ 'ਚ ਨਾ ਲੱਗਾ, ਆਊਗਾ ਇਹ ਵਾਰੀ। ਅਸੀਂ ਖੁਦ ਅਰਦਾਸਾਂ ਕਰਦੇ, ਬਾਣੀ ਪੜ੍ਹਦੇ, ਸਾਨੂੰ ਵੀ ਇੱਦਾਂ ਹੀ ਹੁੰਦਾ। ਕਈ ਵਾਰੀ ਮਨ 'ਚ ਜਦੋਂ ਸਾਖੀ ਸੁਣੀ ਦੀ ਆ, ਪੜ੍ਹੀ ਦਾ, ਉਦੋਂ ਹੌਸਲਾ ਜਿਹਾ ਆ ਜਾਂਦਾ ਵੀ ਕੋਈ ਨਹੀਂ ਮਹਾਰਾਜ ਕਰੂ, ਤੇ ਕਈ ਵਾਰੀ ਫੇਰ ਅੰਦਰ ਡੋਲ ਲੱਗ ਪੈਂਦਾ। ਕਹਿੰਦੇ ਕੀ ਤਾਂ ਮਹਾਰਾਜ ਨੇ ਕਰਨਾ ਕਿ ਨਹੀਂ, ਤੂੰ ਤੇ ਕਰ ਲਾ। ਉਹ ਜਿੱਦਾਂ ਢੰਡਰੀ ਵਾਲ ਨਹੀਂ ਕਹਿੰਦਾ, ਉਹ ਕਹਿੰਦਾ ਮਹਾਰਾਜ ਨਹੀਂ ਹੈਗਾ, ਰੱਬ ਰੂਪ ਭੈਣੀ, ਕਹਿੰਦਾ ਤੁਸੀਂ ਸਭ ਕੁਝ ਆ। ਕਹਿੰਦਾ ਤੁਸੀਂ ਕੰਮ ਕੀਤਾ, ਤੁਸੀਂ ਕੋਠੀ ਪਾਈ, ਤੁਸੀਂ ਟਰਾਲਾ ਲਿਆ, ਤੁਸੀਂ ਇੱਕ ਟਰਾਲੇ ਤੋਂ 20 ਟਰਾਲੇ ਲੈ। ਮੈਂ ਇੱਕ ਦਿਨ ਸੁਣਾ ਉਹਨੂੰ, ਤੇ ਕਹਿੰਦਾ ਤੁਸੀਂ ਰੱਬ ਆ ਨਾ, ਫਿਰ ਤੁਸੀਂ ਸਾਰੀ ਕਮਾਈ ਕਰਕੇ ਕੋਠੀ ਪਾਈ, ਇੱਕ ਕੱਚੇ ਕਮਰੇ ਤੋਂ 1 ਕਿੱਲੇ ਤੋਂ 50 ਕਿੱਲੇ ਬਣਾਏ, ਸਾਰਾ ਕੁਝ ਇਹ ਤੁਸੀਂ ਆ। ਰੱਬ ਰੂ ਭੈਣੀ ਗੁਰਦੁਆਰਾ ਕੋਈ ਥੱਲੇ ਇੱਕ ਭਿੱਜੀ ਹੋਈ ਰੂਹ ਨੇ ਕਮੈਂਟ ਕੀਤਾ, ਕਹਿੰਦੇ ਭਾਈ ਸਾਹਿਬ ਜੀ ਮੈਂ ਇੱਕ ਤੁਹਾਨੂੰ ਬੇਨਤੀ ਕਰਨਾ ਚਾਹਣਾ ਵੀ ਤੁਸੀਂ ਸਾਰਾ ਕੁਝ ਆਪਣੇ ਤੇ ਲਈ ਜਾਂਦੇ ਆ, ਪਰ ਆ ਜਿਹੜੀ ਦਿਲ ਦੇ ਥੱਲੇ ਟਿਕ ਟਿਕ ਹੁੰਦੀ ਹੈ ਨਾ, ਇਹ ਕੋਈ ਕਰਾਉਣ ਦਿਆ ਹੀ। ਆਖੋ ਸਤਿਨਾਮ। ਜਿੰਨਾ ਚਿਰ ਆ ਪੰਪ ਜਿਹਾ ਇੱਥੋਂ ਭਰਨ ਦਿਆ ਨਾ, ਇਹ ਪਰਮੇਸ਼ਰ ਦੀ ਖੇਡ ਆ। ਜਿੰਨਾ ਚਿਰ ਆਹ ਚੀਜ਼ ਚੱਲਣ ਦੀ, ਕਮਾਈ ਵੀ ਤਾਂ ਹੀ ਹੁੰਦੀ ਜਦੋਂ ਉਹਨੇ ਝੋਕਾ ਮਾਰਿਆ ਤੇ ਮਿੰਟ ਇੱਕ ਹੀ ਲੱਗਣਾ। ਬੜਾ ਪਿਆਰਾ ਕਮੈਂਟ ਕੀਤਾ ਉਹਨੇ ਥੱਲੇ, ਕਹਿੰਦੇ ਭਾਈ ਸਾਹਿਬ ਮਿਹਨਤ ਮੇਰੀ, ਰਹਿਮਤ ਉਹਦੀ ਆ। ਹੁਣ ਤੁਹਾਡੇ ਬੱਚੇ ਵਿਦੇਸ਼ਾਂ 'ਚ ਹੋਣਗੇ, ਜੇ ਤੁਸੀਂ ਉੱਠ ਕੇ ਕਹੋ ਅਸੀਂ ਕਾਹਦਾ ਲੰਗਰ ਲਾਈਏ, ਅਸੀਂ ਕਾਹਤੋਂ ਗੁਰਦੁਆਰੇ ਦੇ ਸਵਾਨ ਦੀਏ, ਬੱਚੇ ਸਾਡੇ ਖਬੰਦ ਹੈ। ਪਰ ਭਲਿਓ ਮਾਨਸੋ, ਬੱਚਿਆਂ ਦੇ ਵਿੱਚ ਕੌਣ ਵਰਤ ਰਿਹਾ, ਹਾਰਟ ਬੀਟ ਕੌਣ ਚਲਾ ਰਿਹਾ ਹੈ? ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮਹਾਰਾਜ ਨੂੰ ਨਾਮ ਭੁਲਾਇਓ। ਗੁਰੂ ਨਾਨਕ ਬਾਬਾ ਜੀ ਕਹਿ ਗਏ, ਕਹਿੰਦੇ ਆਪ ਰੱਬ ਨਾ ਬਣੀ, ਥੋੜੇ ਚਿਰ 'ਚ ਭੋਗ ਪੈ ਜਾਊਗਾ ਹੀ। ਜਿੰਨੇ ਵੀ ਇੱਥੇ ਰੱਬ ਬਣੇ ਨਾ, ਇਹ ਬੁੱਧੀ ਭ੍ਰਸ਼ਟ ਹੁੰਦੀ ਹੈ ਵੀ ਮਾਇਆ ਦਾ ਰੂਪ ਹੀ ਆ। ਜਦੋਂ ਮਾਇਆ ਸਿਰ ਤੇ ਸਵਾਰੀ ਕਰਦੀ ਨਾ, ਉਦੋਂ ਬੜੇ ਬੜੇ ਵਿਦਵਾਨਾਂ ਦੀ ਬੁੱਧੀ ਭ੍ਰਸ਼ਟ ਹੋ ਜਾਂਦੀ। ਇਹ ਵਸ ਨਹੀਂ ਕਿਸੇ ਦੇ, ਕਿਉਂਕਿ ਜਦੋਂ ਬੰਦੇ ਕੋਲ ਗਰੀਬੀ ਹੁੰਦੀ ਨਾ ਆਸੇ ਪਾਸੇ, ਉਦੋਂ ਰੱਬ ਚੇਤੇ ਆਉਂਦਾ। ਜਦੋਂ ਬੰਦਾ ਹੱਦੋਂ ਵੱਧ ਪੈਸੇ ਵਾਲਾ ਹੋ ਜਾਂਦਾ, ਉਹ ਕਹਿੰਦਾ ਹੁਣ ਸਾਰਾ ਕੁਝ ਤੇ ਕੋਲ ਆ, ਪੁੱਤ ਵੀ ਕੋਲੇ ਆ, ਪੋਤਰੇ ਵੀ ਕੋਲੇ ਆ, ਕੋਠੀ ਵੀ ਕੋਲੇ ਆ, ਰਿਸ਼ਤੇਦਾਰ, ਹੁਣ ਮੈਂ ਬਾਬੇ ਤੋਂ ਕੀ ਮੰਗਣਾ, ਹੁਣ ਤਾਂ ਰੱਜ ਗਿਆ। ਜਦੋਂ ਫਿਰ ਬੰਦਾ ਰੱਜ ਜਾਂਦਾ ਨਾ, ਹੁਣ ਮੰਨ ਲਓ ਮੇਰੇ ਪਿਓ ਦੇ ਨਾਂ ਪੈਲੀ ਆ, ਇੱਕ ਮੀਨ 'ਚ ਤੁਹਾਨੂੰ ਉਦਾਹਰਨ ਦਿੰਦਾ, ਬਾਪੂ ਦੇ ਕੋਲ 10 ਕਿੱਲੇ ਪੈਲੀ ਆ, ਬਾਪੂ ਦੇ ਨਾਮ ਆ। ਜਿੰਨਾ ਚਿਰ ਉਹਦੇ ਨਾਮ ਆ, ਉਹਨਾਂ ਚਿਰ ਬਾਪੂ ਜੀ ਪੈਰੀ ਪੈਂਦੇ ਆ, ਬਾਪੂ ਜੀ ਜੂਸ ਲਿਆਈਏ, ਬਾਪੂ ਜੀ ਦੁੱਧ ਲਿਆਈਏ, ਬਾਪੂ ਜੀ ਗਰਮ ਪ੍ਰਸ਼ਾਦਾ ਛਕ ਲਓ। ਤੇ ਜੇ ਰੱਬ ਨਾ ਕਰੇ ਬਾਪੂ ਜਿਉਂਦੇ ਜੀ ਗੂਠਾ ਲਾ ਦੇ, ਤੇ 15 ਕੁ ਦਿਨਾਂ ਬਾਅਦ ਉਸ ਬਾਪੂ ਦੀ ਜਿਹੜੀ ਹਾਲਤ ਹੁੰਦੀ, ਉਹ ਰੱਬ ਹੀ ਜਾਣਦਾ। ਇਹ ਤੇ ਦੁਨਿਆਵੀ ਉਦਾਹਰਨ ਆ ਨਾ, ਵੀ ਜਦੋਂ ਸਭ ਕੁਝ ਖੁੱਸ ਗਿਆ ਤੇ ਉਹ ਕਹਿੰਦੇ ਮਰ ਜਾ, ਹੁਣ ਤੇਰੇ ਨਾਲ ਦੇ ਸਾਰਿਆਂ ਦੇ ਭੋਗ ਪੈ ਗਏ, ਤੂੰ ਕਦੋਂ ਮਰਨਾ ਹੈ ਨਾ। ਏਦਾਂ ਕਹਿਣਗੇ। ਕਿਉਂ ਕਹਿੰਦੇ? ਕਿਉਂਕਿ ਉਹਨੇ ਹੱਥੋਂ ਪੂੰਜੀ ਗਵਾਲੀ ਹੈ। ਏਦਾਂ ਹੀ ਸਾਡਾ ਮਹਿਕਮਾ ਵਾ ਆਪਣੀ ਜ਼ਿੰਦਗੀ ਦਾ, ਵੀ ਜਿੰਨਾ ਚਿਰ ਆਪਣੀਆਂ ਲੋੜਾਂ ਵਾ ਆਪਾਂ ਗੁਰੂ ਨਾਲ, ਬੋਲੋ ਜੀ, ਜੁੜੇ, ਅਰਦਾਸਾਂ ਕਰਾਉਣੇ ਆ, ਲੰਗਰ ਲਾਉਣੇ ਆ, ਛਬੀਲਾਂ ਲਾਉਣੇ ਆ। ਜਿੱਦਣ ਆਪਣੀਆਂ ਲੋੜਾਂ ਪੂਰੀਆਂ ਹੋ ਗਈਆਂ, ਆਪਾਂ ਕਹਿਣਾ ਕਿਹੜਾ ਗੁਰਦੁਆਰਾ, ਕਿਹੜਾ ਬਾਬਾ ਕਥਾ ਵਾਚ, ਕਿਹੜੀ ਕਥਾ। ਕਿਉਂਕਿ ਬਾਣੀ ਕਹਿੰਦੀ, ਮੈਂ ਨਹੀਂ ਕਹਿੰਦਾ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ। ਸਾਡੇ ਦਾਦਿਆਂ ਕੋਲ ਕੱਚੇ ਕਮਰੇ ਸੀ, ਪਾਟੇ ਕੱਪੜੇ ਸੀ, ਪੁੰਜੇ ਸੌਂਦੇ ਸੀ, ਕਿੱਦਾਂ ਸਿਰ ਲਾਉਂਦੇ ਸੀ ਜਦੋਂ ਕੀਰਤਨ ਕਥਾ ਹੁੰਦਾ, ਕਿੱਦਾਂ ਜੁੜਦੇ ਸੀ। ਅੱਜ ਇੰਨੀ ਅਮੀਰੀ ਆ ਗਈ ਆਪਣੇ ਬੱਚਿਆਂ ਕੋਲ, ਇਹ ਮੱਥਾ ਟੇਕਣ ਨਹੀਂ ਅੰਦਰ ਵੜਦੇ। ਅੰਦਰ ਪਾਠ ਚੱਲਦਾ, ਕੋਈ ਬਹਿੰਦਾ ਥੋੜਾ ਜਿੰਨਾ ਸੁਣਦਾ। ਕਿਉਂ ਨਹੀਂ ਸੁਣਦਾ? ਕਿਉਂਕਿ ਸਾਰਾ ਕੁਝ ਮਿਲ ਗਿਆ, ਹੁਣ ਬਾਬੇ ਨੂੰ ਸੁਣ ਕੇ ਕੀ ਲੈਣਾ ਹੈ।
ਇਹ ਸੱਚਾਈ ਹੈ। ਅੱਜ ਆਪਾਂ ਟੁੱਟ ਚੁੱਕੇ ਐ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲੋਭੀ ਕਾ ਜੀਉ ਟਲ ਪਲੈ। ਜਿਹੜਾ ਲੋਭੀ ਬੰਦਾ ਨਾ ਉਹਦਾ ਅੰਦਰ ਡੋਲਦਾ ਭਾਰੇ ਵਾਂਗੂ, ਭਾਵੇਂ ਉਹ ਭਰੋਸਾ ਗੁਰੂ ਤੇ ਹੀ ਆ ਵੀ ਜਿੱਥੇ ਉਹਨੇ ਰੱਖਣਾ ਰਹਿਣਾ ਏ, ਪਰ ਆਪਾਂ ਜੀਵ ਦੁਨਿਆਵੀ ਅੰਦਰ ਡੋਲੇ ਖਾਂਦਾ ਹੈ। ਬਿਨ ਤੇਲ ਦੀਵਾ ਕਿਉਂ ਜਲੇ। ਕਹਿੰਦੇ ਤੇਲ ਤੋਂ ਬਿਨਾ ਦੀਵਾ ਕਦੇ ਨਹੀਂ ਜਗਦਾ। ਇਸ ਕਰਕੇ ਜਿੰਨਾ ਚਿਰ ਨਾਮ ਦਾ ਤੇਲ ਨਹੀਂ ਹੈਗਾ ਤੇਰੇ ਕੋਲੇ, ਤੇਰੇ ਅੰਦਰ ਜੋਤ ਹਾਂਜੀ ਨਹੀਂ ਜਗਣੀ। ਉੱਚੀ ਬੋਲਿਆ ਕਰੋ, ਪਿਆਰ ਬੰਦਾ ਜੋਤ ਨਹੀਂ ਜਗੇ। ਹਾਂ, ਤੇ ਜਦੋਂ ਬੁਝੀ ਹੋਵੇ ਚੀਜ਼ ਤੇ ਹਨੇਰਾ ਹੀ ਹਨੇਰਾ ਹੋਏ ਨਾ। ਹੁਣ ਲਾਈਟ ਚੱਲਦੀ, ਪੱਖੇ ਚੱਲਦਾ, ਤੇ ਜੇ ਪੱਖੇ ਬੰਦ ਹੋ ਜਾਣ, ਲਾਈਟ ਬੰਦ ਹੋ ਜੇ ਤੇ ਆਪਾਂ 3 ਮਿੰਟਾਂ 'ਚ ਘਬਰਾ ਹੋ ਜਾਣਾ। ਘਬਰਾ ਉਹ ਅਮਰੀਕਾ ਦੇ ਵਿੱਚ 46 ਮੌਤਾਂ ਹੋਈਆਂ ਟਰਾਲੇ 'ਚ। ਕਿਸ ਤਰ੍ਹਾਂ ਜਾਨ ਨਿਕਲੀ ਉਹ ਵੀ ਸੋਚ ਕੇ ਵੇਖੋ। ਏਸੀ ਚੱਲਣ ਦਾ ਪੱਖੇ ਤੇ ਅਜੇ ਵੀ ਘਬਰਾਹਟ ਜੀ ਹੁੰਦੀ, ਜੀ ਨੂੰ ਕੁਝ ਹੁੰਦਾ। ਤੇ ਜਿਹੜਾ ਨਾ ਕੋਈ ਪੱਖਾ ਨਾ ਪਾਣੀ ਤੇ ਧੁੱਪੇ ਟਰਾਲਾ ਖਿਲਾਰਤਾ ਤੇ ਕਿੱਦਾਂ ਤੜਫ ਤੜਫ ਮਰੇ। ਮਹਿਸੂਸ ਕਰਿਓ, ਚਲੋ ਜਿਹਦੇ ਵੀ ਹੋਣ ਸਾਰਿਆਂ ਦੇ ਸਾਂਝੇ ਹੁੰਦੇ ਭੈਣ ਭਰਾ। ਕਾਹਦੇ ਵਾਸਤੇ? ਕਿਉਂਕਿ ਬਚਨ ਆ ਗਿਆ। ਉਹ ਤੇ ਅੱਜ ਘਟਨਾ ਹੁੰਦੀ ਆ ਤੇ ਸ਼ਬਦ ਜਿਹੜਾ ਇਹ ਕਥਾ ਚੱਲ ਰਹੀ ਹੈ 550 ਸਾਲ ਪਹਿਲਾਂ ਲਿਖਿਆ ਗਿਆ। ਤੇ ਮਾਰੇ ਕੀ ਲਿਖਦੇ ਆ? ਕਹਿੰਦੇ ਲੋਭੀ ਕਾ ਜੀਉ ਟਲ ਪਲੈ। ਇਹ ਲੋਭ ਹੀ ਹੈ। ਕੋ ਵਿੱਚ ਨਿੱਕੇ ਨਿੱਕੇ ਬੱਚੇ ਵੀ 7-8। ਚਲੋ ਗਰੀਬ ਗੁਰਬਾ ਦੇ ਵਿਚਾਰਾ ਕਹਿੰਦਾ ਮੇਰੇ ਕੋਲ ਨਹੀਂ ਮੈਂ ਜਾਵਾਂ। ਤੇ ਜਿਹੜਾ 60-70 ਕਿੱਲੇ ਪੈਲੀ ਆ, ਮਾਂ ਪਿਓ ਬਾਹਰ ਪੱਕੇ ਆ, ਤੇ ਉਹ ਵੀ ਬੰਦਾ ਪੰਗਾ ਲੈਂਦੇ ਆ ਤੇ ਫਿਰ ਆਪੇ ਮੁੜ ਕੇ ਰੱਬ ਨੂੰ ਕੀ ਕਰ। ਤੋ ਇਸ ਕਰਕੇ ਮਾਰੇ ਕਹਿੰਦੇ ਬਿਨ ਤੇਲ ਦੀਵਾ ਕਿਉਂ ਜਲੇ। ਤੇਲ ਤੋਂ ਬਿਨਾ ਦੀਵਾ ਨਹੀਂ ਜਗਦਾ ਤੇ ਸਿਮਰਨ ਤੋਂ ਬਿਨਾ ਬੰਦੇ ਨੂੰ ਜਾਗ ਨਹੀਂ ਆਉਂਦੀ। ਹਨੇਰੇ 'ਚ ਹੀ ਆਪਾਂ ਸਾਰੀ ਜ਼ਿੰਦਗੀ ਕੱਢ ਲਈ ਹੈ। ਵਿਸ਼ਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ। ਪੋਥੀ ਪੁਰਾਣ ਕਮਾਈਐ। ਕਹਿੰਦੇ ਪੋਥੀ ਪੁਰਾਣ ਜਿਹੜੇ ਧਰਮ ਦੇ ਗ੍ਰੰਥ ਉਹਨਾਂ ਨੂੰ ਪੜ੍ਹਿਆ ਕਰ। ਉਹਨਾਂ ਦੇ ਵਿੱਚ ਜੋ ਜੋ ਲਿਖਿਆ ਨਾਲੇ ਸੰਗਤ ਨੂੰ ਸੁਣਾਇਆ ਕਰ, ਨਾਲੇ ਆਪ ਪੜ੍ਹਿਆ ਕਰ। ਵੱਟੀ ਇਤ ਤਨ ਪਾਈਐ। ਕਹਿੰਦੇ ਸਰੀਰ ਰੂਪੀ ਦੀਵਾ ਏ, ਇਹਦੇ ਵਿੱਚ ਨਾਮ ਦਾ ਤੇਲ ਪਾ ਦੇ ਤੇ ਪਰਮੇਸ਼ਰ ਦੇ ਭਉ ਦੀ ਵੱਟੀ ਪਾ ਦੇ। ਹਾਂਜੀ, ਆ ਇੱਕ ਦੀਵਾ ਨਾ ਆਪਣਾ ਮਿੱਟੀ ਦਾ ਹੁੰਦਾ ਨਾ ਦੀਵਾ, ਆ ਮਿੱਟੀ ਆ, ਇਹਦੇ ਵਿੱਚ ਭਾਵਨਾ ਦੀ ਵੱਟੀ ਪਾ। ਭਾਵਨਾ ਕੀ ਹੈ? ਏਦਾਂ ਹੱਥ ਜੋੜ ਕੇ ਗਰੀਬ ਜਿਹਾ ਬਣ ਕੇ ਰਿਹਾ ਕਰ। ਹਰ ਕਿਸੇ ਨੂੰ ਬੁਲਾਇਆ ਕਰ, ਪੈਰੀ ਹੱਥ ਲਾਇਆ ਕਰ, ਲੰਗਰ ਵਰਤਾਇਆ ਕਰ, ਲੋਹ ਤੇ ਫੁਲਕਾ ਪਕਾਇਆ ਕਰ, ਕਿਸੇ ਨੂੰ ਠੰਡਾ ਜਲ ਛਕਾਇਆ ਕਰ। ਇਹਨੂੰ ਕਹਿੰਦੇ ਭਾਵਨਾ। ਚੌਰ ਸਾਹਿਬ ਕਰਿਆ ਕਰ, ਫਿੱਕਾ ਨਾ ਬੋਲਿਆ ਕਰ, ਕਿਸੇ ਦਾ ਦਿਲ ਨਾ ਦੁਖਾਇਆ ਕਰ, ਕਿਸੇ ਦਾ ਹੱਕ ਨਾ ਖਾਇਆ ਕਰ। ਇਹਨੂੰ ਭਾਵਨਾ। ਤੇ ਭਾਵਨਾ ਦੀ ਵੱਟੀ ਦੀਵੇ 'ਚ ਪਾ ਕੇ ਤੇ ਤੇਲ ਨਾਮ ਦਾ ਪਾ ਦੇ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਸੱਚ ਬੂਝਣ ਆਣ ਜਲਾਈਐ। ਕਹਿੰਦੇ ਸੱਚ ਰੂਪੀ ਤੇਲ ਦੇ ਨਾਲ ਇਹ ਦੀਵਾ ਜਗਾ ਦੇ। ਤੇ ਜਦੋਂ ਦੀਵਾ ਜਗ ਜੇ ਤੇ ਫਿਰ ਚਾਨਣ ਹੋ ਜਾਂਦਾ ਹੈ। ਇਹੋ ਤੇਲ ਦੀਵਾ ਇਉਂ ਜਲੇ। ਮਹਾਰਾਜ ਕਹਿੰਦੇ ਇਸ ਤਰੀਕੇ ਦੇ ਨਾਲ ਇਹ ਸਰੀਰ ਰੂਪੀ ਦੀਵੇ 'ਚ ਭਾਵਨਾ ਦੀ ਵੱਟੀ, ਸਿਮਰਨ ਦਾ ਤੇਲ ਤੇ ਸੱਚ ਦੀ ਚੰਗਿਆੜੀ ਇਹਨੂੰ ਲਾ ਦੇ ਤੇ ਤੇਰੇ ਅੰਦਰ ਦਾ ਦੀਵਾ ਜਗ ਜਾਵੇ। ਹੁਣ ਆਪਾਂ ਨੂੰ ਬਾਹਰ ਤੇ ਸਾਰਾ ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ ਅੰਦਰ ਆਪਣੇ ਹਨੇਰਾ ਹੀ ਹਨੇਰਾ ਹੋਇਆ ਪਿਆ। ਅੱਖਾਂ ਬੰਦ ਕਰਕੇ 2 ਮਿੰਟ ਵੇਖੋ, ਹਨੇਰਾ ਹੀ ਹੋ ਜਾਂਦਾ ਨਾ। ਜਿਹੜੇ ਸਾਧੂ ਸੰਤ ਉਹਨਾਂ ਦੀਆਂ ਅੱਖਾਂ ਰਹਿੰਦੀਆਂ ਹੀ ਬੰਦ ਆ, ਉਹ ਖੋਲਦੇ ਘੱਟ, ਪਰ ਉਹਨਾਂ ਨੂੰ 3 ਲੋਕਾਂ ਦੀ ਸੋਝੀ ਆ। ਉਹਨਾਂ ਦੇ ਅੰਦਰ ਚਾਨਣ ਹੀ ਚਾਨਣ। ਉਹ ਅੱਖਾਂ ਬੰਦ ਕਰਕੇ ਦੱਸ ਦੇਣਗੇ ਬੀਬੀ 5ਵੇਂ ਦਿਨ ਨੂੰ ਤੂੰ ਮਰ ਜਾਣਾ। ਉਹ ਦੱਸ ਦੇਣਗੇ ਕਾਕਾ ਠੀਕ ਅੱਜ ਤੋਂ 12 ਸਾਲਾਂ ਬਾਅਦ ਤੈਨੂੰ ਵਿਦੇਸ਼ ਯਾਤਰਾ ਮਿਲਣੀ। ਕਿਉਂ ਦੱਸ ਦਿੰਦੇ ਆ? ਕਿਉਂਕਿ ਅੰਦਰ ਦਾ ਦੀਵਾ ਜਗ ਪਿਆ ਵਾ। ਉਹਨਾਂ ਨੂੰ ਚਾਨਣ ਹੋ ਗਿਆ। ਗੁਰਬਾਣੀ ਇਸ ਜਗ ਮੈਂ ਚਾਨਣ। ਜਿਹੜੇ ਮਹਾਂਪੁਰਖ ਰੱਬ ਦੇ ਪਿਆਰੇ ਉਹ ਇਹ ਵੀ ਕਹਿੰਦੇ ਵੀ ਹੁਣ ਮੈਂ ਦੁਨੀਆ ਤੋਂ ਚੱਲ ਜਾਣਾ ਬਾਬਾ ਜੀ, ਮੇਰੀ ਅਰਦਾਸ। ਉਹ ਚਾਨਣ ਸੀ ਤੇ ਕਹਿਤਾ ਨਾ, ਜਿਨ੍ਹਾਂ ਦਾ ਦੀਵਾ ਜਗਿਆ ਵਾ, ਉਹ ਜਗਿਆ ਦੀਵਾ ਕਰਕੇ ਉਹ ਦੱਸ ਦਿੰਦੇ ਵੀ ਹੁਣ ਮੈਂ ਚੱਲ ਜਾਣਾ ਵਾ ਤੇ ਫੁੱਲ ਚੁੱਕ ਮਾਫ ਕਰਿਓ। ਨਹੀਂ ਤੇ ਆਪਾਂ ਨੂੰ ਥੋੜਾ ਪਤਾ ਆਪਾਂ ਕਦੋਂ ਜਾਣਾ। ਮਹਾਰਾਜ ਕਹਿੰਦੇ ਇਹੋ ਤੇਲ ਦੀਵਾ ਇਉਂ ਜੁਲੈ। ਇਹ ਗੁਰਮੁਖ ਪਿਆਰਿਆ ਏਦਾਂ ਦੀਵਾ ਜਗਦਾ ਕਾਹਦੇ ਨਾਲ? ਚੇਤਾ ਰੱਖਿਆ ਕਰੋ, ਭਾਵਨਾ ਦੀ ਵੱਟੀ, ਸਿਮਰਨ ਦਾ ਤੇਲ ਤੇ ਸੱਚ ਦੀ
ਚੰਗਿਆੜੀ ਹੈ ਨਾ। ਸੱਚ ਹੁਣ ਕਥਾ 'ਚ ਵੀ ਬੋਲੋ ਤੇ ਮਾਰੇ ਕਹਿੰਦੇ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਜਿਹੜਾ ਬੰਦਾ ਝੂਠਾ ਹੁੰਦਾ ਨਾ ਉਹ ਜਦੋਂ ਸੱਚੀ ਗੱਲ ਸੁਣਦਾ ਉਹ ਭੱਜ ਜਾਂਦਾ ਉੱਠ ਕੇ, ਉਹਨੂੰ ਬਹੁਤ ਬੁਰੀ ਲੱਗਦੀ ਹੈ ਨਾ। ਇਸ ਕਰਕੇ ਜਦੋਂ ਮਹਾਰਾਜ ਨੇ ਸੱਚ ਬੋਲਿਆ ਸੀ ਤੇ ਜਹਾਂਗੀਰ ਨੂੰ ਔਖਾ ਲੱਗਾ, ਮੁਰਤਜ਼ਾ ਖਾਨ ਨੂੰ ਔਖਾ ਲੱਗਾ। ਉਹਨਾਂ ਨੇ ਬਾਬੇ ਨੂੰ ਤੱਤੀ ਤਵੀ ਤੇ ਬਿਠਾਤਾ। ਵਾਹਿਗੁਰੂ ਕੀ ਕਸੂਰ ਸੀ ਬਾਬੇ ਦਾ? ਬਾਬਾ ਸੱਚ ਬੋਲਦਾ। ਅੱਜ ਜਿਹੜਾ ਵੀ ਸੱਚ ਬੋਲੂਗਾ, ਚਾਹੇ ਉਹ ਕੋਈ ਵੀ ਕਲਾਕਾਰ ਹੋਵੇ, ਕੋਈ ਖਿਡਾਰੀ ਹੋਵੇ, ਕੋਈ ਕੌਮੀ ਸੋਚ ਰੱਖਦਾ ਹੋਵੇ, ਉਹਨੂੰ ਨਹੀਂ ਬਖਸ਼ਣਾ ਕਿਸੇ ਨੇ। ਚਾਹੇ ਉਹ ਸੰਤ ਜਰਨੈਲ ਸਿੰਘ ਹੋਵੇ, ਚਾਹੇ ਉਹ ਕੋਈ ਸਾਧੂ ਸੰਤ ਹੋਵੇ, ਜਿਹੜਾ ਸੱਚਾਈ ਬੋਲੂਗਾ ਉਹ ਥੋੜ੍ਹੇ ਦਿਨਾਂ ਬਾਅਦ ਹੀ ਚਲਾ ਜਾਵੇਗਾ ਦੁਨੀਆ ਤੋਂ। ਕਿਉਂਕਿ ਸੱਚੇ ਦੇ ਘਰ ਸੱਚੇ ਨੂੰ ਜਲਦੀ ਬੁਲਾਇਆ ਜਾਂਦਾ। ਝੂਠਿਆਂ ਨੂੰ ਤੇ 20 100 ਸਾਲ 120 ਸਾਲ ਕਈ ਮੰਜਿਆਂ ਤੇ ਮੌਤ ਤਰਸਣ ਦੇ ਮਿਲ ਨਹੀਂ ਦਈ। ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਉਹ ਕਹਿੰਦੇ ਛੇਤੀ ਲੈ ਜਾਂਦਾ ਹੈ। ਸਾਹਿਬਜ਼ਾਦੇ ਨਿੱਕੇ ਜਿਹੇ ਸੀ, 7-9 ਸਾਲ, ਸੱਚ ਸੀ ਉਹਨਾਂ ਕੋਲੇ, ਮਿੰਟ 'ਚ ਹੀ ਸ਼ਹੀਦ ਕਰਦੇ। ਆਖੋ ਸਤਿਨਾਮ ਵਾਹਿਗੁਰੂ। ਤੇ ਕੋਈ 95 ਸਾਲ ਦਾ ਮੰਜੀ ਤੇ ਆ, ਉਹਦੀ ਅਰਦਾਸ ਹੁੰਦੀ ਬਾਬਾ ਇਹਦੀ ਜਾਨ ਨਿਕਲ ਜੇ। ਇਸ ਕਰਕੇ ਸੱਚੇ ਦਾ ਘਰ ਹੈ, ਇਹਦੇ ਨਾਲ ਦੀਵਾ ਜਗ ਜਾਵੇਗਾ। ਇਹੋ ਤੇਲ ਦੀਵਾ ਇਉਂ ਜਲੇ। ਕਹਿੰਦੇ ਇਸ ਤਰ੍ਹਾਂ ਦੀਵਾ ਜਗਣਾ ਹੈ। ਕਰ ਚਾਨਣ ਸਾਹਿਬ ਤੋ ਮਿਲੇ। ਕਹਿੰਦੇ ਫਿਰ ਚਾਨਣ ਹੋ ਜਾਣਾ ਤੇਰੇ ਅੰਦਰ। ਜਦੋਂ ਦੀਵਾ ਜਗ ਗਿਆ ਤੇ ਸਾਹਿਬ ਤੋ ਮਿਲੇ, ਫਿਰ ਤੈਨੂੰ ਪਰਮੇਸ਼ਰ ਦੇ ਦੀਦਾਰ ਹੋਵੇ, ਫਿਰ ਤੈਨੂੰ ਨਜ਼ਰ ਆਉਣ ਲੱਗ ਪਵੇਗਾ। ਸ਼ਰਾਬ ਦੇ ਕੇ ਸਾਹਿਬ ਕਿਰਪਾ ਕਰਦੇ ਹਨ। ਇਤ ਤਨ ਲਾਗੇ ਬਾਣੀਆਂ। ਕਹਿੰਦੇ ਆਪਣਾ ਤਨ ਜਿਹੜਾ ਇਹਨੂੰ ਬਾਣੀ ਨਾ ਲਾ। ਹੁਣ ਤੁਸੀਂ ਲਗਾਤਾਰ ਗਰਮੀ 'ਚ ਬੈਠੇ ਆ ਨਾ, ਚੌਂਕੜੇ ਮਾਰ ਕੇ ਦੇਵਤਿਆਂ ਦੀ ਤਰ੍ਹਾਂ, ਤੁਹਾਨੂੰ ਵੀ ਮਹਾਰਾਜ ਨੇ ਨਵਾਜਿਆ। ਕਹਿੰਦੇ ਆ ਵੀ ਜਿਹੜਾ ਤੁਸੀਂ ਲੰਮੇ ਸਮੇਂ ਤੋਂ ਬੈਠਾ, ਇਹੋ ਤਨ ਲਾਗੇ ਬਾਣੀਆਂ, ਇਸ ਤਨ ਦੇ ਬਾਣੀ ਵਿੱਚ ਲਾ। ਜਿੱਦਾਂ ਗਰਮੀ ਲੱਗੇ ਤੇ ਪਾਣੀ ਥੱਲੇ ਹੋ ਜਾਈਦਾ ਨਾ, ਇਸੇ ਤਰ੍ਹਾਂ ਜਦੋਂ ਅੰਦਰ ਸੜੇ ਤੇ ਬਾਣੀ ਦੇ ਥੱਲੇ ਹੋ ਜਾ। ਬਾਣੀ ਠੰਡੀ ਹੈ। ਸੁਖ ਹੋਵੇ ਸੇਵਕ ਮਾਣੀਆਂ। ਕਹਿੰਦੇ ਫਿਰ ਮਹਾਰਾਜ ਦੀ ਸੇਵਾ ਸ਼ੁਰੂ ਕਰ ਦੇ, ਤੈਨੂੰ ਸੁੱਖ ਮਿਲੂਗਾ। ਸਾਰੇ ਸੁੱਖ ਤੇਰੇ ਕੋਲ ਆ ਜਾਣਗੇ। ਸਭ ਦੁਨੀਆ ਆਵਣ ਜਾਣੀਆਂ। ਮਹਾਰਾਜ ਕਹਿੰਦੇ ਆ ਜਿਹੜੀ ਦੁਨੀਆ ਨਾ ਤੇਰੇ ਸਾਹਮਣੇ ਤੁਰੀ ਫਿਰਦੀ ਹੈ, ਕੋਈ ਗੋਰਾ, ਕੋਈ ਕਾਲਾ, ਕੋਈ ਨਿੱਕਾ, ਕੋਈ ਵੱਡਾ, ਕੋਈ ਮਧਰਾ, ਕੋਈ ਲੰਮਾ, ਕੋਈ ਉੱਚਾ, ਕੋਈ ਰੋਂਦਾ ਹੀ, ਕੋਈ ਹੱਸਦਾ ਹੀ, ਕੋਈ ਗਰੀਬ ਹੀ, ਕੋਈ ਮਾਰੇ। ਕਹਿੰਦੇ ਸਭ ਦੁਨੀਆ, ਇਹ ਸਾਰੀ ਦੁਨੀਆ, ਇਹ ਦੋ ਨਹੀਂ ਆ। ਇੱਕ ਜੰਮਣ ਦੀ, ਇੱਕ ਪਾਸੇ ਫੋਨ ਆਉਂਦਾ ਵਧਾਈ ਹੋਵੇ ਪੋਤਰਾ ਹੋਇਆ, ਇੱਕ ਬੰਨੇ ਫੋਨ ਆਇਆ ਰਾਤੀ ਭਾਈ ਸਾਹਿਬ ਜੀ ਨਹੀਂ ਰਹੇ। ਮਾਰੇ ਕਹਿੰਦੇ ਆਵਣ ਜਾਣੀਆਂ, ਇੱਕ ਆ ਰਿਹਾ ਤੇ ਇੱਕ ਇਹਨੂੰ ਦੁਨੀਆ ਕਹਿੰਦੇ ਆ। ਆ ਜਿੰਨੇ ਦਿਸ ਰਹੇ ਆਪਾਂ ਸਾਰੇ ਵਾਰੀ ਵਾਰੀ ਚਲੇ ਜਾਵਾਂਗੇ ਤੇ ਨਵੇਂ ਆ ਜਾਣਗੇ। ਵਿੱਚ ਦੁਨੀਆ ਸੇਵਕ ਮਾਈਏ। ਮਾਰੇ ਕਹਿੰਦੇ ਜਿੰਨਾ ਚਿਰ ਜਿਉਣਾ ਹੈ ਨਾ, ਸਵਾਸ ਚੱਲਦੇ ਆ, ਸੇਵਾ ਕਮਾ। ਸੇਵਾ ਜਿੰਨੀ ਵੀ ਹੁੰਦੀ ਤੇਰੇ ਕੋਲੋਂ ਉਨੀ ਸੇਵਾ ਕਰਿਆ ਕਰ। ਦਰਗਹਿ ਬੈਸਣ ਪਾਈਏ। ਕਹਿੰਦੇ ਦਰਗਾਹ ਦੇ ਵਿੱਚ ਥਾਂ ਉਹਨਾਂ ਨੂੰ ਮਿਲਦਾ ਜਿਨ੍ਹਾਂ ਨੇ ਸੇਵਾ ਕਮਾਈ ਹੈ, ਸਿਮਰਨ ਕੀਤਾ ਹੈ। ਕਰਨਾ ਤੇ ਔਖਾ ਹੀ ਆ, ਵੈਸੇ ਸਭ ਤੋਂ ਔਖੀ ਆ। ਘਰ ਦੇ ਭਾਂਡੇ ਮਾਂਜਦਿਆਂ ਨੂੰ ਕਿੰਨੇ ਸਾਲ ਹੋ ਗਏ ਬੀਬੀ? 70-75 ਹੋ ਗਏ ਨਾ ਘਰ ਦੇ ਭਾਂਡੇ ਮਾਂਜਦਿਆਂ ਨੂੰ। ਕਦੇ ਗੁਰੂ ਘਰ ਭਾਂਡੇ ਮਾਂਜੇ? ਹੱਦ ਤੋਂ ਹੱਦ 5 ਮਿੰਟ ਸੇਵਾ ਕਰਕੇ ਕਹਿੰਦਾ ਚੱਲ ਗਏ, ਹੁਣ ਥੱਕ ਗਏ ਆ। ਘਰਦਿਆਂ ਦੀਆਂ ਰੋਟੀਆਂ ਪਕਾਈਆਂ 70 ਸਾਲ, ਕਿਤੇ ਗੁਰੂ ਘਰ ਦੀ ਲੋਹ ਤੇ 5 ਮਿੰਟ ਬਹਿ ਕੇ ਆਖੀ ਨਾ ਗਰਮੀ ਬੜੀ ਚੱਲ ਗਈ। ਕਿਉਂਕਿ ਪਿਆਰ ਨਹੀਂ ਨਾ, ਘਰਦਿਆਂ ਨਾਲ ਪਿਆਰ ਜੂ ਮੋਹ ਜੂ ਆ। ਘਰਦਿਆਂ ਦੀ ਗੰਦਗੀ ਧੋਤੀ 70 ਸਾਲ, ਬੱਚਿਆਂ ਦੇ ਕੱਪੜੇ ਹਨਾ, ਪੋਤਿਆਂ ਦੇ ਕੱਪੜੇ, ਕਿੰਨਾ ਕੋਲ ਪੁਣਾ ਕੀਤਾ। ਤੇ ਕਿਤੇ ਗੁਰੂ ਮਹਾਰਾਜ ਦੀਆਂ ਚਾਦਰਾਂ 2 ਫੜਾਤੀਆਂ ਕਿਸੇ ਨੇ, ਵਾਹਿਗੁਰੂ ਧੋ ਲਿਆਈ। ਤੇ ਘਰ ਦੇ ਕਹਿੰਦੇ ਆ ਬਾਬੇ ਕੀ ਕਰਦੇ ਆ ਹੈ? ਬਾਬਿਆਂ ਨੇ ਢਿੱਡ ਛੱਡੇ, ਉੱਥੇ ਪੈਸੇ ਇਕੱਠੇ ਕਰੀ ਜਾਂਦੇ ਤੇ ਤੁਸੀਂ ਗੁਰੂ ਘਰ ਦੇ ਸਾਰੇ ਲੀੜੇ ਘਰੇ ਲੈ ਆਇਆ ਕਰੋ। ਕਈ ਇੱਦਾਂ ਦੇ ਹੈਗੇ। ਕੱਲ੍ਹ ਤੋਂ ਬਾਅਦ ਜੇ ਗੁਰੂ ਦੀ ਸੇਵਾ ਲਿਆ, ਹਿਸਾਬ ਲਾ ਲਿਓ। ਕਈਆਂ ਨੇ 1-2 ਥਾਵਾਂ ਤੋਂ ਉੱਦਾਂ ਮੁੜ ਕੇ ਆਈ ਸੇਵਾ। ਮੈਂ ਹਜ਼ੂਰੀ 'ਚ ਕਹਿੰਦਾ ਉਹ ਭੈਣ ਨੂੰ, ਮੈਂ ਆਖਿਆ ਭੈਣੇ ਉੱਦਾਂ ਲੈ। ਕਹਿੰਦੇ ਵੀਰੇ ਮਾਫ਼ ਕਰਿਓ, ਸਾਡਾ ਬਾਪੂ ਬੜਾ ਭੈੜਾ, ਉਹਨੇ ਕਲੇ ਪਾਲੀ। ਕਹਿੰਦਾ ਜਿੱਦਾਂ ਲਿਆਏ ਇੱਦਾਂ ਹੀ ਵਾਪਸ ਕਰਕੇ ਆਓ। ਮੈਂ ਕਿਹਾ ਚੰਗਾ ਹੀ ਸ਼ਰੀਕ ਲੱਗਦਾ ਮਹਾਰਾਜ ਦਾ। ਬਹੁਤ ਬੁਰੀ ਤਰ੍ਹਾਂ ਦੀ ਹੈ ਨਾ ਹਾਲਾਤ। ਤੋ ਇਸ ਕਰਕੇ ਆਪਾਂ ਘਰ ਦੇ ਕੱਪੜੇ ਧੋਤੇ 70 ਸਾਲ,
ਕਿਤੇ ਗੁਰੂ ਦੇ 2 ਬਸਤਰ ਧੋਲਾ ਤੇਰੇ ਹੱਥ ਸਫਲੇ ਹੋ ਜਾਣ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਤੇ ਸਫਲੇ ਹੋ ਜਾਣ। ਇਦਾਂ ਹੀ ਹੈ ਨਾ। ਹੁਣ ਆਪਾਂ ਘਰਦਿਆਂ ਨੂੰ ਵੀ ਮਾਤਾ ਬੈਠੀਆਂ ਜਿਨ੍ਹਾਂ ਨੇ ਇੰਨਾ ਚਿਰ ਹੋ ਗਿਆ ਘਰਦਿਆਂ ਨੂੰ ਛਕਾਇਆ ਜਲ ਪਾਣੀ, ਕਦੇ ਘਰਦੇ ਨੇ ਤੁਹਾਨੂੰ ਸੀਖ ਦਿੱਤੀ, ਕਿਤੇ ਸੰਗਤ ਨੂੰ ਛਕਾ ਕੇ ਵੇਖੀ ਤੇਰਾ ਭਲਾ ਹੋ। ਮਾਰੇ ਕੀ ਕਹਿੰਦੇ, ਵਿੱਚ ਦੁਨੀਆ ਸੇਵ ਕਮਾਈਏ। ਇਹ ਸੇਵਾ ਕਮਾਇਆ ਕਰ। ਘਰਦਿਆਂ ਨੂੰ ਕਮਾ ਕਮਾ ਕੇ ਮਾੜੇ ਧੰਦੇ ਕਰ ਕਰ ਇਹਨਾਂ ਦੀਆਂ ਜੇਬਾਂ ਭਰੀ ਜਾਣਾ, ਇਹਨਾਂ ਨੂੰ ਗੱਡੀਆਂ ਲੈ ਲੈ ਕੋਠੀਆਂ ਦੇਈ ਜਾਣਾ, ਤੈਨੂੰ ਔਖਾ ਕਰਨਗੇ। ਜਾ ਕਿਤੇ ਛਬੀਲ ਲਾ ਦੇ, ਸੰਗਤ ਦਾ ਹਿਰਦਾ ਠੰਡਾ ਹੋ ਜੂ ਤੇ ਸੱਚਖੰਡ 'ਚ ਠੰਡ ਪਊ ਤੈਨੂੰ ਕਿਤੇ ਝੱਟ, ਤੇਰਾ ਭਲਾ ਹੋ ਜੂ। ਇਹ ਮਹਾਰਾਜ ਦੀ ਬਾਣੀ ਸਿਖਾਉਂਦੀ, ਮੈਂ ਵੀ ਤੁਹਾਡੇ ਹੈਗਾ, ਮੈਂ ਕਿੱਡਾ ਕਦਾਨੀ ਆ। ਛਬੀਲ ਤੇ ਕੀ, ਮੈਂ ਤੇ ਕਦੀ ਪਾਣੀ ਦਾ ਗਲਾਸ ਨਹੀਂ ਕਿਸੇ ਨੂੰ ਪਿਆਇਆ ਵੀ ਝੂਠ ਮਾਰ ਕੇ। ਆਪਾਂ ਇੱਕੋ ਜਿਹੀ ਆ, ਪਰ ਇੱਥੇ ਸ਼ਬਦ ਦੀ ਕਥਾ ਹੋ ਰਹੀ ਹੈ। ਮਹਾਰਾਜ ਕਹਿੰਦੇ ਆਪਣੀ ਕਮਾਈ 'ਚੋਂ ਥੋੜੇ ਬਹੁਤ ਆਸੇ ਪਾਸੇ ਕਰ ਲਿਆ ਕਰ, 100 200 400 500 ਪਾਸੇ ਕੱਢ ਲਿਆ ਕਰ, ਤੇ ਉਹਦੇ ਨਾਲ ਕੋਈ ਪੁੰਨ ਦਾਨ ਕਰਿਆ। ਨਹੀਂ ਤੇ ਕੋਈ ਗਰੀਬ ਬੰਦਾ ਨਾ, ਉਹਨੂੰ ਮੱਲਾ ਰਸਤੇ 'ਚ ਬੈਠਾ, ਉਹਨੂੰ ਖੰਡ ਲੈ ਦੇ 2 ਕਿਲੋ, ਉਹਦੇ ਘਰ ਚਾਹ ਬਣ ਜੂ, ਪੱਤੀ ਲੈ ਦੇ, ਥੋੜਾ ਜਿਹਾ ਆਪਣੇ ਹਿੱਸੇ 'ਚੋਂ ਕੱਢ ਲਿਆ ਕਰ। ਇਹ ਸਾਰਾ ਇਹਨਾਂ ਨੂੰ ਨਾ ਦੇਈ ਜਾ। ਪਹਿਲਾਂ ਪੁੱਤ ਪਾਲੇ, ਫਿਰ ਪੋਤਰੇ, ਤੇ ਗਾਂ ਪੜਪੋਤੇ ਵੀ ਕਈ ਲਈ ਬੈਠੇ ਆ। ਉਹ ਇੱਕ ਸੇਠ ਨੇ ਆਖਿਆ ਮਨੀਬ ਨੂੰ, ਕਹਿੰਦਾ ਹਿਸਾਬ ਕਰ ਕਿੰਨੀ ਕਮਾਇਆ। ਕਹਿੰਦਾ ਜੀ 15 ਪੀੜ੍ਹੀਆਂ। ਉਹ ਰੋਣ ਲੱਗ ਪਿਆ। ਕਹਿੰਦਾ ਤੈਨੂੰ ਕੀ ਹੋਇਆ? ਕਹਿੰਦਾ 16ਵੀਂ ਕਿੱਥੇ ਜਾਊਗੀ। ਆਖੋ ਸਤਿਨਾਮ। ਸਾਡਾ ਪੰਜਾਬ ਕਿਉਂ ਜੜਿਆ? ਵੇਖੋ 50 ਜੀ ਮਰ ਗਏ ਅਮਰੀਕਾ, ਕਾਹਤੋਂ ਮਰੇ? ਉਹ ਕਿੰਨੀ ਔਖੀ, ਕਿਉਂਕਿ ਇੱਥੇ ਦੀਦਾ ਕੁਝ ਤਾਈਓ ਜਾ ਰਹੇ ਨਾ ਉਧਰ ਨੂੰ ਆਪਾਂ। ਕਿਤੇ ਪੰਜਾਬ ਸੋਨੇ ਦੀ ਚਿੜੀ ਸੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਬਾਜਾਂ ਵਾਲੇ ਦਾ ਰਾਜ ਸੀ, ਬੰਦਾ ਬਹਾਦਰ ਦਾ ਰਾਜ ਸੀ। ਇੱਥੇ ਗੋਰੇ ਆਉਂਦੇ ਸੀ ਭੱਜ ਭੱਜ ਕੇ, ਆਪਾਂ ਉਹਨਾਂ ਨੂੰ ਭਜਾਉਂਦੇ ਸੀ ਨਾ। ਕਿੰਨੇ ਆਪਣੇ ਬਜ਼ੁਰਗਾਂ ਨੇ ਜੰਗ ਲੜੇ ਆ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਊਧਮ ਸਿੰਘ, ਲਾਲਾ ਲਾਜਪਤ ਰਾਏ, ਕਿੰਨਾ ਸੰਘਰਸ਼ ਲੜਿਆ ਗੋਰਿਆਂ ਨੂੰ ਕੁੱਟ ਕੁੱਟ ਕੇ, ਮਾਰ ਮਾਰ ਕੇ। ਬਾਬਾ ਸ਼ਾਮ ਸਿੰਘ ਟਾਰੀ, ਫਤਿਹਗੜ੍ਹ ਸਭਰਾ। ਉੱਥੇ ਗੋਰਾ ਲਿਖਦਾ, ਕਹਿੰਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਸਿਓਂ ਫੌਜਾਂ ਭਾਰੀਆਂ ਸਹਿ ਆਦਮੀ ਗੋਲੀਆਂ ਨਾਲ ਉੱਡਣ, ਹਾਥੀ ਡਿੱਗਦੇ ਸਣੇ ਬਾਰੀਆਂ। ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਕੋਈ ਭਾਗਾਂ ਵਾਲਿਓ, ਕਹਿੰਦਾ ਸਵੇਰ ਤੋਂ ਸ਼ਾਮਾਂ ਤੱਕ ਲੜਾਈ ਹੋਈ, ਤੇ ਜਦੋਂ ਦੁਪਹਿਰ ਪਈ ਤੇ ਸਿੱਖਾਂ ਦੀਆਂ ਤੋਪਾਂ ਬੰਦ ਹੋ ਗਈਆਂ। ਸਰਦਾਰ ਨੇ ਪੁੱਛਿਆ, ਇਲਾਹੀ ਬਖਸ਼ ਤੋਪਾਂ ਨਹੀਂ ਚੱਲਦੀਆਂ, ਕੀ ਗੱਲ ਹੈ? ਪਿੱਛੋਂ ਅਸਲਾ ਨਹੀਂ ਲਿਆ ਰਹੇ। ਕਹਿੰਦੇ ਸਰਦਾਰਾ ਅਸਲਾ ਕਿੱਥੋਂ ਲਿਆਈਏ? ਜਿਹੜੀ ਵੀ ਪੇਟੀ ਖੋਲਦੇ ਵਿੱਚ ਉਹਦੇ ਰੇਤਾ ਤੇ ਸਰੋਂ ਨਿਕਲਦੀ। ਜਦੋਂ ਸਰਦਾਰ ਸ਼ਾਮ ਸਿੰਘ ਨੇ ਪਿੱਛਾ ਭੌਂ ਕੇ ਵੇਖਿਆ ਤੇ ਲਾਲ ਸਿੰਘ, ਗੁਲਾਬ ਸਿੰਘ, ਤੇਜਾ ਸਿੰਘ, ਇਹ ਆਪਣੇ ਡੋਗਰੇ, ਅੱਜ ਵੀ ਆਪਣੇ ਸਿੱਖੀ ਮਾਰਦੇ। ਇਹਨਾਂ ਨੇ ਭੱਜ ਗਏ ਪਿਛਾਣ ਨੂੰ, ਤੇ ਜਾਂਦਿਆਂ ਨੇ ਬੰਬ ਮਾਰ ਕੇ ਜਿਹੜਾ ਬੇੜੀਆਂ ਦਾ ਪੁੱਲ ਨਹੀਂ, ਜਿਹੜੇ ਪੁਰਾਣੇ ਬੇੜੀਆਂ ਦੇ, ਉਹ ਪੁੱਲ ਤੋੜਤੇ। ਜਿੱਦਾਂ ਬਾਬੀ ਸੀਚੇਵਾਲ ਨੇ ਵਹੀਂ ਤੇ ਬਣਾਏ ਨਾ ਬੇੜੀ ਵਾਲਾ ਪੁੱਲ, ਉਹ ਪੁੱਲ ਭੰਨਤੇ। ਫੌਜਾਂ ਥਰ ਥਰਾ ਉੱਠੀਆਂ, ਤੇ ਬਾਬਾ ਸ਼ਾਮ ਸਿੰਘ ਦਾ ਚਿੱਟਾ ਦਾੜਾ, ਚਿੱਟਾ ਚੋਲਾ ਮਾਰੇ। ਕਹਿੰਦੇ ਬਹਾਦਰੋ ਤਰੇਲੀ ਕਾਤੋਂ ਮੱਥੇ ਤੇ ਪਈ? ਕਹਿੰਦੇ ਬਾਬਾ ਅੱਗੇ ਵੀ ਮੌਤ ਤੇ ਪਿੱਛੇ ਵੀ ਮੌਤ। ਉਹ ਕਹਿੰਦੇ ਪਿੱਛੇ ਮੌਤ ਜਿਹੜੀ ਉਹ ਕੈਰਾਂ ਦੀ ਆ, ਅਗਲੇ ਪਾਸੇ ਮਰਦਾਂ ਦੀ ਆ। ਕਹਿੰਦੇ ਜੀ ਆਪਣੇ ਕੋਲ ਕੋਈ ਤੀਰ ਨਹੀਂ, ਕੋਈ ਤੋਪ ਨਹੀਂ, ਕੋਈ ਆਪਣੇ ਕੋਲ ਸਟੇਨ ਗਨ ਨਹੀਂ। ਘਨਮਗਮ ਅੰਗਰੇਜ਼ ਲਿਖਦਾ, ਕਹਿੰਦਾ ਇੱਕ ਪਾਸੇ ਗਨ ਮਸ਼ੀਨਾਂ ਚੱਲਣ ਦੀਆਂ ਸੀ, 1 ਮਿੰਟ ਦੇ ਵਿੱਚ 50-50 ਹਜ਼ਾਰ ਗੋਲੀ ਕੱਢਦੀ। ਇੱਕ ਪਾਸੇ ਕਹਿੰਦਾ ਬੁੱਢਾ ਜਰਨੈਲ ਕੱਲੀ ਸ੍ਰੀ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਦਿੱਤੀ, 4000 ਅੰਗਰੇਜ਼ ਵੜਤਾ ਬਾਬੇ ਸ਼ਾਮ ਸਿੰਘ। ਸਭਰਾਵਾਂ ਦਾ ਜੰਗ, ਆਖਰੀ ਜੰਗ ਸਿੱਖ ਰਾਜ ਕਿਵੇਂ ਗਿਆ ਪੜਿਓ। ਜਦੋਂ 4000 ਅੰਗਰੇਜ਼ ਤਲਵਾਰ ਨਾਲ 13 ਗੋਲੀਆਂ ਵੱਜੀਆਂ ਬਾਬਾ ਸ਼ਾਮ ਸਿੰਘ ਦੇ, ਤੇ ਫੱਟ ਲੱਗੇ ਧਰਤੀ ਤੇ ਸ਼ੇਰ ਡਿੱਗਿਆ, ਧਰਤੀ ਕੰਬ ਉੱਠੀ। ਤੇ ਗੋਰਿਆਂ ਨੇ ਟੋਪੀਆਂ ਲਾ ਕੇ ਆਖਿਆ, ਕਹਿੰਦੇ ਆਹਾ ਹਾ ਐਡੀ ਮਰਦਾਂ ਦੀ ਕੌਮ, ਗਨ ਮਸ਼ੀਨਾਂ ਚੱਲਦੀਆਂ ਤੋਂ ਕੱਲੀ ਸ੍ਰੀ ਸਾਹਿਬ ਨਾਲ 4000 ਅੰਗਰੇਜ਼ ਵੜ ਦਿੱਤਾ। ਕਹਿੰਦੇ ਸਰਦਾਰਾ ਤੈਨੂੰ ਗਦਾਰ ਲੈ ਗਏ, ਕਿਤੇ ਸਾਡੇ ਵੱਲੋਂ ਲੜਦਾ ਦੁਨੀਆ 'ਚ ਮੁੱਲ ਪਾ ਦੂਗਾ। ਕਿਤੇ ਆਪਣਾ ਹੁਣ ਕਿੰਨੇ ਪੜ੍ਹਨਾ ਗਾਂ ਜਵਾਕ, ਤੇ 12ਵੀਂ ਤੋਂ ਬਾਅਦ ਆਈਲੈਟਸ ਕਰਨ ਦਾ ਕੌਣ ਪੜ੍ਹਦਾ ਗ੍ਰੰਥ? ਗੁਰਦੁਆਰੇ 5-5 ਬਣਾਏ, ਤੇ ਵਿੱਚ ਕੋਈ ਨਹੀਂ ਦੀਦਾ, ਕੱਲਾ ਬਾਬਾ ਹੀ ਪਾਠ ਕਰ ਲੈਂਦਾ, ਕੱਲਾ ਹੀ ਸੋਖਾਸਨ ਕਰ ਲੈਂਦਾ। ਉਹਨੇ ਵੀ ਆਪਦੇ ਬੱਚੇ ਬੁੱਚੇ ਪੜ੍ਹਾਈ ਕਰਾ ਕੇ, ਉਹ ਵੀ ਕਹਿੰਦਾ ਕੱਢੋ ਛੇਤੀ। ਬਾਬਾ 17 ਸਾਲਾਂ ਦਾ, ਤੂੰ ਮਾਫ ਕਰਿਓ ਕਿਤੇ ਨਾ ਕਿਤੇ ਦੁਖਾਂਤ ਹੈ, ਦੁਖਾਂਤ ਹੈ ਆਪਣਾ ਵੀ 2 ਕਰੋੜ ਗੁਰਦੁਆਰੇ ਤੇ ਲਾਦਾ, ਤੇ ਸਵੇਰੇ ਕੋਈ ਨਹੀਂ ਆਉਂਦਾ। ਤੇ ਬਣਾਇਆ ਕਾਹਦੇ ਲਈ ਆ? ਉਹ ਸਤਨਾਮ ਚੌਧਰ ਲਈ।
ਵੀ ਮੈਂ ਦੂਜੇ ਮਹੱਲੇ 'ਚ ਨਹੀਂ ਜਾਣਾ, ਮੇਰੇ ਬੂਹੇ ਅੱਗੇ ਮੇਰਾ ਗੁਰਦੁਆਰਾ ਹੋਵੇ। ਇਹ ਕੌਮ ਦੀ ਗਿਰਤਾ ਦੀ ਨਿਸ਼ਾਨੀ ਹੈ। ਤੋ ਭਾਗਾਂ ਵਾਲਿਓ, ਇਸ ਕਰਕੇ ਦੁੱਖ ਆਉਂਦਾ ਹੈ ਕਿਉਂਕਿ ਉਹ 50 ਜੀ ਮਰ ਗਏ ਬਾਰਡਰ 'ਤੇ। ਉਹਦੇ ਵਿੱਚ ਕਿਸੇ ਦੀ ਭੈਣ, ਕਿਸੇ ਦਾ ਵੀਰ, ਕਿਸੇ ਦਾ ਪੁੱਤਰ ਹੋ। ਉਹ ਕਿਉਂ ਉੱਥੇ ਗਏ? ਕਿਤੇ ਸੋਨੇ ਦੀ ਚਿੜੀ ਸੀ ਪੰਜਾਬ, ਵਿਦੇਸ਼ਾਂ ਤੱਕ ਸੰਗਤ ਕਥਾ ਸੁਣਦੀ ਹੈ। ਮੈਂ ਬੇਨਤੀ ਕਰਦਾ ਹੈ ਪਿਆਰਿਓ, ਜਦੋਂ ਗੁਰੂ ਗੋਬਿੰਦ ਸਿੰਘ ਬਾਪੂ ਜੀ ਸੀ, ਬੰਦਾ ਸਿੰਘ ਬਹਾਦਰ ਸੀ, ਮਹਾਰਾਜਾ ਰਣਜੀਤ ਸਿੰਘ, ਗੋਰੇ ਆਉਂਦੇ ਸੀ। ਸਾਡਾ ਲਹੂ ਡੁੱਲ ਗਿਆ, ਨੁੱਚੜ ਕੇ ਗੋਰਿਆਂ ਨੂੰ ਭਜਾਇਆ ਇੱਥੋਂ, ਤੇ ਅੱਜ ਸਾਡਾ ਲਹੂ ਨੁੱਚੜਨ ਦਿਆ। ਅਸੀਂ ਗੋਰਿਆਂ ਨੂੰ ਕਹਿੰਦੇ ਸਾਨੂੰ ਆਪਣੇ ਘਰ ਆ ਲੈਣ ਦਿਓ। 50 ਲੱਖ ਰੁਪਈਆ ਇੱਕ ਜਣਾ ਲਈ ਫਿਰਦਾ ਗੋਰੇ ਨੂੰ ਦੇਣ ਨੂੰ, ਵੀ ਆ ਮੈਨੂੰ ਆ ਲੈ ਲਾ ਤੇ ਮੈਨੂੰ ਆਪਣੇ ਦੇਸ਼ 'ਚ ਵੜ ਲੈਂਦੇ, ਮੇਰੀ ਮਿੰਨਤ ਵਾਲੀ ਗੱਲ ਆ। ਤੇ ਉਹ ਹੱਸਦੇ ਆ, ਉਹ ਕਹਿੰਦੇ ਅਸੀਂ ਆਪਣੇ ਵੱਡਿਆਂ ਦਾ ਇਤਿਹਾਸ ਪੜ੍ਹਿਆ ਸੀ ਵੀ ਤੁਹਾਡੇ ਵੱਡਿਆਂ ਤੇ ਸਾਡੇ ਵੱਡਿਆਂ ਦੀ ਟੱਕਰ ਹੋਈ ਸੀ, ਤੁਹਾਡੇ ਵੱਡਿਆਂ ਨੇ ਸਾਨੂੰ ਭਜਾਇਆ ਸੀ, ਸਾਡੇ ਵੱਡਿਆਂ ਨੇ ਕਸਮ ਖਾਧੀ ਸੀ ਉਸ ਸਰਹੱਦ ਤੇ ਵੀ ਅੱਜ ਸਾਨੂੰ ਭਜਾਉਣ ਦਾ ਹੈ ਨਾ ਪੰਜਾਬੀਓ। ਤੇ ਜਿਨ੍ਹਾਂ ਹਿੰਦੁਸਤਾਨੀਆਂ ਵਾਸਤੇ ਆ, ਹਿੰਦੂਆਂ ਵਾਸਤੇ ਤੁਸੀਂ ਸਾਨੂੰ ਭਜਾਉਣ ਦਾ ਹੈ ਨਾ, ਕੱਲ ਨੂੰ ਤੁਹਾਨੂੰ ਇਹਨਾਂ ਨੇ ਭਜਾਉਣਾ। ਅੱਜ ਜਿਹੜਾ ਪੰਜਾਬ, ਪੰਜਾਬੀਆਂ ਦਾ ਜਰਾਇਮ ਪੇਸ਼ਾ ਕੌਮ ਹੈ। ਅਸੀਂ ਹੱਕ ਮੰਗੀਏ ਪਾਣੀ ਦਾ, ਅੱਤਵਾਦੀ ਹਾਂ। ਅਸੀਂ ਨੌਕਰੀਆਂ ਮੰਗੀਏ, ਅੱਤਵਾਦੀ ਹਾਂ। ਅਸੀਂ ਆਪਣੀ ਆਵਾਜ਼ ਬੁਲੰਦ ਕਰੀਏ, ਅੱਤਵਾਦੀ ਹਾਂ। ਤੇ ਤੁਸੀਂ ਕੁਛ ਨਹੀਂ। ਤੁਹਾਡਾ ਬੱਚਾ ਪੜ੍ਹਾਈ ਕਰਦਾ ਵਾ, ਭਾਵੇਂ +2 ਹੀ ਕੀਤੀ ਹੋਵੇ, ਉਹਨੂੰ ਨੌਕਰੀ ਮਿਲ ਜਾਂਦੀ, ਜਾਂ ਬੈਂਕ 'ਚ ਮਿਲ ਜਾਂਦੀ, ਜਾਂ ਕਿਤੇ ਕਚਹਿਰੀ 'ਚ ਮਿਲ ਜਾਂਦੀ। ਸਾਡੇ ਲਈ ਕੁਝ ਵੀ ਨਹੀਂ। ਇਸ ਕਰਕੇ ਉਹ ਗੱਲ ਕਹਿ ਕੇ ਗਏ ਸੀ ਵੀ ਸਾਨੂੰ ਭਜਾਉਣ ਦਾ ਸਰਦਾਰੋ, ਤੁਹਾਡਾ ਕਰਕੇ ਅਸੀਂ ਭੱਜਣ ਲੱਗੇ ਹਾਂ, ਕਿਉਂਕਿ ਇਹਨਾਂ ਦੇ ਪੱਲੇ ਕੁਝ ਨਹੀਂ, ਆੜੇ ਦੂਜੇ ਤੀਜੇ ਆ। ਤੁਹਾਡੀਆਂ ਬਾਹਾਂ 'ਚ ਦਾਵਾਂ, ਤੁਸੀਂ ਸਾਨੂੰ ਭਜਾ ਦੇਣਾ। ਪਰ ਯਾਦ ਰੱਖਿਓ, ਜਿੰਨਾ ਕਰਕੇ ਤੁਸੀਂ ਇੱਦਾਂ ਕਰਨ ਲੱਗੇ, ਇੰਨਾ ਹੀ ਤੁਹਾਨੂੰ ਸੂਲੀ ਚਾੜਨਾ। ਤੇ ਸੱਚ ਉਹੀ ਸਰਕਾਰਾਂ ਜਿਨ੍ਹਾਂ ਕਰਕੇ ਗੁਰੂ ਗੋਬਿੰਦ ਸਿੰਘ ਨੇ ਸਰਬੰਸ ਲੁਟਾਇਆ, ਇਹਨਾਂ ਹਿੰਦੁਸਤਾਨ ਬਦਲੇ। ਅੱਜ ਉਹੋ ਹੀ ਕਹਿੰਦੇ ਆ ਵੀ ਇਹ ਸਿੱਖ ਇੱਥੇ ਹੈਣੇ ਨਹੀਂ ਚਾਹੀਦੇ। ਜਿੰਨਾ ਬਦਲੇ ਮਹਾਰਾਜ ਨੇ ਪਿਤਾ ਸ਼ਹੀਦ ਕਰਾਤਾ ਦਿੱਲੀ 'ਚ, ਉਹੋ ਹੀ ਅੱਜ ਕਹਿੰਦੇ ਆ ਵੀ ਇਹ ਪੱਗ ਸਾਨੂੰ ਰੜਕਦੀ ਹੈ। ਤੇ ਉਹੀ ਫਿਰ ਗੋਰਿਆਂ ਦੀ ਬਾਤ ਸੱਚ ਹੋਈ ਵੀ ਹੁਣ ਸਾਨੂੰ ਭਜਾਉਣ ਲੱਗੇ, ਹੁਣ ਤੁਸੀਂ ਸਾਡੇ ਮਗਰ ਤਰਲੇ ਲਓਗੇ। ਤੇ ਅੱਜ ਤਰਲੇ ਲੈਣ ਵਾਲੇ ਤੇ 50-50 ਲੱਖ ਰੁਪਈਆ ਗਿਆ, ਨਾਲੇ ਘਰ ਦੇ ਜੀ ਚਲੇ ਗਏ। ਇਹ ਵਾਪਸ ਥੋੜਾ ਆਉਣੇ, ਨਹੀਂ ਆਉਣੇ। ਤਾਂ ਕਰਕੇ ਮਹਾਰਾਜ ਸਾਹਿਬ ਕਹਿੰਦੇ ਦੁਨੀਆ ਵਿੱਚ ਦੁਨੀਆ ਸੇਵ ਕਮਾਈਏ, ਇੱਥੇ ਸੇਵਾ ਸਿਮਰ ਨਹੀਂ ਕਰਿਆ ਕਰ, ਤਾਂ ਦਰਗਾਹ ਵੈਸਨ ਪਾਈਏ, ਦਰਗਾਹ 'ਚ ਥਾਂ ਮਿਲੇਗੀ। ਕਹ ਨਾਨਕ ਬਾਹ ਲੜਾਈਏ, ਕਹਿੰਦੇ ਗੁਰ ਕਹ ਨਾਨਕ ਬਾਹ ਲੜਾਈਏ। ਬਾਹ ਦਾ ਅਰਥ ਹੈ ਸਾਰੀਆਂ ਟੈਨਸ਼ਨਾਂ, ਚਿੰਤਾ ਖਤਮ ਹੋ ਜਾਣੀਆਂ, ਆਨੰਦ ਹੀ ਆਨੰਦ ਵਰਤ ਜਾਣਾ। ਤੇ ਗੁਰੂ ਗਰੀਬ ਨਵਾਜ ਜੀ ਨੇ ਕਿਰਪਾ ਕੀਤੀ ਹੈ, ਆਪ ਸੰਗਤਾਂ ਨੇ ਭਾਵਨਾ ਨਾਲ ਗੁਰੂ ਮਹਾਰਾਜ ਜੀ ਦੇ ਸ਼ਬਦ ਨੂੰ ਸਰਵਣ ਕੀਤਾ। ਵਿਚਾਰਾਂ ਕਰਦਿਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ, ਮਾਫ ਕਰਿਓ। ਅਧੂਰੇ ਆ, ਪੂਰੇ ਦੀ ਕਥਾ ਅਧੂਰੇ ਨਹੀਂ ਕਰ ਸਕਦੇ। ਜਿੰਨੇ ਕੁ ਸਵਾਸ ਹੈਗੇ ਆ, ਪਤਾ ਤੇ ਘੜੀ ਦਾ ਨਹੀਂ ਵੀ ਉਹ ਕੱਲ ਨੂੰ ਉੱਠਣਾ ਕਿ ਨਹੀਂ। ਫਿਰ ਵੀ ਜਿੰਨਾ ਕੁ ਹੋ ਸਕੇ ਓਨਾ ਕੁ ਕਰਿਆ ਕਰੋ ਭਾਈ, ਮਹਾਰਾਜ ਦੀ ਭਾਵਨਾ ਨਾਲ। ਇੱਕ ਜਿਹੜਾ ਸੱਚ ਬੋਲਣਾ ਵੀ ਸੇਵਾ। ਕਈ ਬੰਦੇ ਨਾ ਗਿਆਨੀ ਬਹੁਤ ਆ, ਗਿਆਨ ਬੜਾ, ਉਹ ਸੱਚ ਬੋਲਣ ਤੋਂ ਡਰਦੇ। ਉਹ ਕਹਿੰਦੇ ਆਪਾਂ ਨੂੰ ਕੀ ਲੋੜ ਐਵੇਂ ਸੰਗਤਾਂ ਗੁੱਸੇ ਕਰਨੀਆਂ, ਕੋਈ ਐਵੇਂ ਗੋਲੀ ਮਾਰੂਗਾ। ਪਰ ਜੇ ਇਹ ਗੱਲ ਹੁੰਦੀ ਤਾਂ ਗੁਰੂ ਗੋਬਿੰਦ ਸਿੰਘ ਨੂੰ ਕੀ ਲੋੜ ਸੀ ਆਪਣੇ ਬੱਚੇ ਸ਼ਹੀਦ ਕਰਾਉਣ ਦੀ। ਅੱਜ ਹਰ ਬੰਦਾ ਆਪਦਾ ਸੂਤ ਵੇਂਦਾ, ਆਪਦਾ ਜੇਬ ਵੇਂਦਾ, ਹਰ ਬੰਦਾ ਕਹਿੰਦਾ ਬਚਿਓ ਪਊਗਾ, ਆਪਾਂ ਕੀ ਲੈਣਾ। ਆਪਣੇ ਬੱਚੇ ਬਾਹਰ ਪੱਕੇ ਆ, ਸਪੌਂਸਰ ਆ ਜਾਣੀ, ਆਪਾਂ ਚੱਲ ਜਾਣਾ। ਆਪਾਂ ਨੂੰ ਕੀ ਚੁੱਲ੍ਹੇ 'ਚ ਕੋਈ ਪੰਜਾਬ ਰਵੇ ਨਾ ਰਵੇ। ਬਹੁਤੇ ਲੋਕਾਂ ਨਾਲ ਮੈਂ ਵਿਚਰਦਾ ਨਾ, ਜਦੋਂ ਇੱਦਾਂ ਦਰਦ ਜਿਹਾ ਸਾਂਝਾ ਕਰੀਦਾ, ਕਹਿਣਗੇ ਬਾਬਾ ਜੀ ਛੱਡੋ ਖੜਾ, ਇਹ ਗੱਲ ਨਾ ਕਰਿਆ ਕਰੋ, ਕੋਈ ਹੋਰ ਗੱਲ ਸੁਣਾਓ, ਕੋਈ ਸਾਖੀ ਸੁਣਾਓ ਹਾਸੇ ਵਾਲੀ। ਮੈਂ ਕਿਹਾ ਤੈਨੂੰ ਤੇ ਹਾਸਾ ਆਉਣਾ ਹੀ ਆ ਵੀ ਤੇਰੇ ਦੋਵੇਂ ਬੱਚੇ ਤੇ ਦੋਵੇਂ ਪੱਕੇ ਆ, ਤੇ 2 ਵਾਰਾਂ ਤੂੰ ਅੱਗੇ ਹੋ ਆਇਆ, ਤੇ ਹੋਰ ਬਸ 10ਵੇਂ ਦਿਨ ਨੂੰ ਤੂੰ ਫੇਰ ਚੱਲ ਜਾਣਾ। ਗੱਲ ਤੇ ਉਹਨਾਂ ਦੀ ਆ ਜਿਨ੍ਹਾਂ ਦੇ ਗੁਰਧਾਮ ਹੈ ਇੱਥੇ, ਜਿਨ੍ਹਾਂ ਦਾ ਲਹੂ ਡੁੱਲਿਆ ਇਸ ਧਰਤੀ ਤੇ, ਚੱਪੇ ਚੱਪੇ ਨੂੰ ਸਿੰਜਿਆ, ਉਹਨੂੰ ਦੁੱਖ ਲੱਗਦਾ। ਬਹੁਤੇ ਹੀ ਕਹਿਣਗੇ ਨਹੀਂ ਵਾਹਿਗੁਰੂ ਜੀ। ਇੱਕ ਥਾਂ ਤੇ ਇੱਦਾਂ ਹੋਇਆ ਕਿ ਕਹਿੰਦੇ ਵੀ ਭੋਗ ਸੀ, ਕਹਿੰਦੇ ਵੀ ਕਥਾਵਾਚਕ ਵੀ ਬੁਲਾ ਲਓ, ਕਹਿੰਦੇ ਨਹੀਂ ਉਹ ਉਹਨਾਂ ਨੂੰ ਨਹੀਂ ਸੱਦਣਾ, ਕੀਰਤਨ ਜਥਾ ਕੀਤਾ ਪਿਆ। ਉਹ ਕਹਿੰਦੇ ਚਲੋ ਕੀਰਤਨ ਆਪਣੀ ਜਗ੍ਹਾ ਵਾ, ਵੀ ਬਾਬਾ ਜੀ ਹੋਣਾ ਕੀਰਤਨ ਆਪ ਕਰਨਾ ਤੇ ਉੱਥੇ ਵਿਚਾਰ ਵੀ ਹੋ ਜੂ। ਕਹਿੰਦੇ ਨਹੀਂ ਕੀਰਤਨ ਵਧੀਆ ਵਾ, ਕਿਉਂਕਿ ਉਹ ਬਾਬਾ ਬੋਲਦਾ ਨਹੀਂ ਨਾ, ਉਹ ਵਾਜੇ ਤੇ ਗਾ ਕੇ ਤੇ ਸਾਰਿਆਂ ਦਾ ਧੰਨਵਾਦ ਕਰਕੇ ਕਹਿੰਦਾ ਪਿਆਰਿਓ ਬਹੁਤ ਵਧੀਆ ਪਰਿਵਾਰ ਸੀ ਤੇ ਚੰਗਾ ਹੁਣ।
ਉਹ ਤਾਂ ਚੰਗਾ ਲੱਗਦਾ। ਤੇ ਜਿਹੜਾ ਬੋਲਣ ਵਾਲਾ ਸੱਚ, ਉਹਨੂੰ ਆਪਾਂ ਕਿਹਨੇ ਰਿਸ਼ਤੇਦਾਰ ਗੁੱਸਾ ਕਰਨਗੇ, ਭੈਣ ਭਰਾ ਬੱਚੇ ਗੁੱਸਾ ਕਰਨਗੇ, ਸਾਡੀ ਬੇਇੱਜ਼ਤੀ ਕੀਤੀ। ਤੇ ਮੈਂ ਸੋਚਦਾ ਨਾ ਗੁਰੂ ਗੋਬਿੰਦ ਸਿੰਘ ਅੱਜ ਵੇਂਦਾ ਹੋਊਗਾ ਵੀ ਮੈਂ ਤਾਂ ਫਿਰ ਐਵੇਂ ਹੀ ਵੀ ਆਪਣੇ ਬੱਚੇ ਸ਼ਹੀਦ ਕਰਾਤੇ, ਇਹਨਾਂ ਲਈ ਆਪਣਾ ਸਾਰਾ ਕੁਝ ਦੇਤਾ, ਇਹ ਇਹਨਾਂ ਨੂੰ ਕਦਰ ਹੀ ਨਹੀਂ, ਇਹ ਅੱਜ ਮੇਰੀ ਬਾਤ ਸੁਣਨ ਨੂੰ ਤਿਆਰ ਨਹੀਂ ਹੈ। ਤੋ ਇਸ ਕਰਕੇ ਸਮਾਂ ਇੱਦਾਂ ਦਾ ਆ ਗਿਆ ਵੀ ਹਰ ਬੰਦਾ ਆਪਣਾ ਸੋਚ ਰਿਹਾ, ਆਪਣੇ ਲਈ ਲੜ ਰਿਹਾ, ਚਾਹੇ ਉਹ ਕੋਈ ਰਾਗੀ ਆ, ਢਾਡੀ, ਕਥਾਵਾਚਕ ਆ। ਮੈਂ ਵੀ ਅੱਜ ਗੱਲਾਂ ਕਰੀ ਜਾਂਦਾ, ਲੈ ਮੇਰੇ 2 ਗੇੜੇ ਲੱਗ ਗਏ, ਮੈਂ ਕਹਿਣਾ ਪਰਿਵਾਰ ਲੈ ਜਾ, ਮੈਂ ਕੀ ਲੈਣਾ ਪੰਜਾਬ ਤੋਂ। ਕਿੰਨੇ ਰਾਗੀ ਢਾਡੀ, ਕਿੰਨੇ ਵੱਡੇ ਵੱਡੇ ਵਿਦਵਾਨ ਜਿਹੜੇ ਚਲੇ ਗਏ ਪੰਜਾਬ ਛੱਡ ਕੇ, ਆਪਣੇ ਬੱਚੇ ਵੀ ਲੈ ਗਏ। ਕਿਸੇ ਵਕਤ ਸਟੇਜ 'ਤੇ ਆਪਾਂ ਕਹਿੰਦੇ ਸੀ ਇਹ ਸਾਡੀ ਜਾਨ ਹੈ, ਪੰਜਾਬ ਵੱਸਦਾ ਗੁਰਾਂ ਦੇ ਨਾਂ 'ਤੇ। ਇਹਦੇ ਸਬੂਤ ਆਏ ਦੀ ਗੱਲ ਆ ਮੇਰੀ ਰਿਕਾਰਡਿੰਗ ਨੋਟ ਕਰਕੇ ਰੱਖ ਲਿਓ ਅੱਜ ਦੀ। ਹੋਰ 2-4 ਸਾਲਾਂ ਨੂੰ ਇਹੋ ਰਿਕਾਰਡਿੰਗ ਤੁਸੀਂ ਚੇਤੇ ਕਰਿਓ ਵੀ ਭਾਈ ਸਾਹਿਬ ਇੱਥੇ ਕਹਿੰਦੇ ਸੀ, ਆਪ ਨਿਕਲ ਗਏ ਆ। ਹਰ ਬੰਦਾ ਸਕੀਮ ਜੀ 'ਤੇ ਬੈਠਾ ਵਾ। ਬਾਬਾ ਜੀ ਅਰਦਾਸ ਕਰੋ ਚੜ੍ਹਦੀ ਕਲਾ ਹੋਵੇ। ਇਹ ਤੇ ਗੁਰੂ ਸਾਹਿਬ ਹੀ ਸੀ ਜਿਹੜੇ ਕਰ ਗਏ ਆ, ਜਾਂ ਉਹਨਾਂ ਦੇ ਹਿੱਸੇ ਆ ਗਿਆ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ ਗਿਆ ਲਾਗੇ ਮੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਮ ਨ ਜਾਣੇ ਮੇਰਾ ਵਾਹਿਗੁਰੂ, ਨਾਨਕ ਸਭ ਤੇਰੀ ਵਡਿਆਈ। ਕੋਈ ਨਾਮ ਨ ਜਾਣੇ ਮੇਰਾ ਵਾਹਿਗੁਰੂ ਜੀ। ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਜੀ ਸਹਾਈ, ਸ੍ਰੀ ਗੁਰੂ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਗਤੀ ਸੁਣਤਾ ਗੁਰੂ ਨਾਨਕ ਲਈ ਧਿਆਏ, ਗੁਰੂ ਤੇ ਅਮਰਦਾਸ ਰਾਮਦਾਸੇ ਹੋਈ ਸਹਾਈ। ਅਰਜਨ ਹਰ ਗੋਬਿੰਦ ਨਾਮ ਸਿਮਰੋ, ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ, ਘਰ ਨਉ ਨਿਤਾ ਵੈਤਾਏ। ਸਭ ਥਾਈ ਹੋਏ ਸਹਾਏ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਤੇ ਅੰਤਰ ਕੇ ਬੋਲੋ ਜੀ ਵਾਹਿਗੁਰੂ। ਜਾਂ ਪਿਆਰਿਆਂ 14 ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਟੀਆਂ ਜੱਪੀਆਂ ਤਪੀਆਂ, ਜਿਹਦਾ ਨਾਮ ਜਪਿਆ
ਬੇਨਤੀ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੀ। ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਹੋਏ ਦੀਵਾਨਾਂ ਵਿੱਚ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨੋਂ ਉਪਰੰਤ ਲੜੀਵਾਰ ਕਥਾ ਵਿਚਾਰਾਂ ਹੋਈਆਂ। ਭੁੱਲ ਚੁੱਕ ਨੂੰ ਆਪ ਕਰਨੀ ਅੱਗੇ ਤੋਂ ਸਮਤ ਬਖਸ਼ਣੀ। ਬਾਣੀ ਬੜੀ ਸੋਹਣੀ ਦਰ ਤੇ ਪ੍ਰਵਾਨ ਕਰਨੀ। ਬਾਣੀ ਦਾ ਭਾਵ ਸਰਬਾ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ। ਸਰਬਾ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤੇ ਭੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਚੱਲਿਆ ਹੋਇਆ ਕਦਮ ਕਦਮ ਦੇਖੇ ਵਿੱਚ ਲਾਉਣਾ। ਗਰੀਬ ਨਵਾਜ ਅਮਾਵਸ ਦਾ ਦਿਹਾੜਾ ਬਣਾਉਂਦਿਆਂ ਹੋਇਆਂ ਆਪ ਜੀ ਦੀਆਂ ਸੰਗਤਾਂ ਨੇ ਆਪ ਜੀ ਦੇ ਚਰਨ ਪਰਸੇ ਕਿਰਪਾ ਕਰਨੀ। ਦਰਸ਼ਨ ਇਸ਼ਨਾਨ ਸਭਲੇ ਕਰਨੇ। ਯਾਤਰਾ ਸਫਲ ਕਰਨੀ। ਸੇਵਾ ਘਾਲ ਥਾਏ ਪਾਉਣੀ। ਗਰੀਬ ਨਵਾਜ ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਖ ਸੱਜ ਕਰਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ। ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ ਕਿਰਪਾ ਕਰੋ। ਅਸੀਸ ਦੇ ਬਚਨ ਪਾਵਨ ਮੁਖਮਾਪ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ। ਦੀਵਾਨ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਏ ਵੰਡ ਹੋਵਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਆਗਿਆ ਭਈਆ ਕਾਲ ਕੀ। ਤਵੇ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ। ਪ੍ਰਗਟ ਗੁਰਾਂ ਕੀ ਦੇ ਹੋਈ ਸ਼ਬਦ ਮੇਰੇ ਕਰੇਗਾ ਖਾਲਸਾ ਆਖੀ ਰਹੇ ਨ ਕੋਏ। ਸਭ ਮਿਲਣਗੇ ਬੜੀ ਸ਼ਰਨ ਹੋਏ। ਨਾਮ ਜਹਾਜ ਹੈ ਚੜੇ ਉਤਰੇ ਪਾਰ ਸੇਵ ਤੇ ਪਾਰ ਤਾਰਨਹਾਰ। ਕਰ ਸੇਵ ਤੇ ਪਾਰ ਤਾਰਨਹਾਰ। ਸੋਨਿਆ ਸਤਿ ਸ੍ਰੀ ਅਕਾਲ। ਸਤਿਨਾਮ ਵਾਹਿਗੁਰੂ ਜੀ। ਮੈਂ ਮੂਰਖ ਕੀ ਕੇਤਕ ਬਾਤ ਹੈ। ਕੋਟ ਅਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨ ਭਰਿਆ ਰੇ। ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਈ ਜਿਉ। ਮੈਂ ਆਸਾ ਰੱਖੀ ਮੇਰਾ ਸਕੋ। ਸਤਨਾਮ ਵਾਹਿਗੁਰੂ ਜੀ। ਬਿਲਾਵਲ ਨਿਤ ਉਠ ਕੋਰੀ ਗਾਗਰ ਆਨੈ। ਲੀਪਤ ਜਿਉ ਗਇਓ ਤਾਨਾ ਬਾਨਾ ਕਛੂ ਨ ਸੂਝੈ। ਹਰ ਹਰ ਰਸ ਲਵਟਿਓ ਨਿਤ ਉਠ ਕੋਰੀ ਗਾਗਰ ਆਨੈ। ਲੀਪਤ ਜਿਉ ਗਇਓ ਤਾਨਾ ਬਾਨਾ ਕਛੂ ਨ ਸੂਝੈ। ਹਰ ਹਰ ਰਸ ਲਵਟਿਓ ਹਮਾਰੇ ਕੁਲ ਕੌਨੇ RAM ਕਹਿਓ। ਜਬ ਕੀ ਮਾਲਾ ਲਈ ਨਪੂਤੇ ਤਬ ਤੇ ਸੁਖ ਨਾ ਭਇਓ ਰਹਾਉ। ਸੁਣੋ ਜਿਠਾਨੀ ਸੁਣੋ ਦਿਰਾਨੀ ਆਚਰਜ ਏਕ ਭਇਓ। ਸਾਤ ਸੂਤਿਨ ਮੁੰਡੀਏ ਖੋਏ ਇਹੋ ਮੁੰਡਿਆ ਕਿਉ ਨਾ ਮੋਇਓ। ਸਰਬ ਸੁਖਾਂ ਕਾ ਏਕ ਹਰਿ ਸੁਆਮੀ ਸੋ ਗੁਰ ਨਾਮ ਦਇਓ। ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ ਹਰਨਾਕਸ਼ ਨਖ ਬਿਦਰਿਓ।
ਘਰ ਕੇ ਦੇਵ ਪਿਤਰ ਕੀ ਛੋਡੀ, ਗੁਰ ਕੋ ਸ਼ਬਦ ਲਿਓ। ਕਹਿਤ ਕਬੀਰ ਸਗਲ ਪਾਪ ਖੰਡਨ, ਸੰਤਹਿ ਲੈ ਉਦਰਿਓ। ਕਹਿਤ ਕਬੀਰ ਸਗਲ ਪਾਪ ਖੰਡਨ, ਸੰਤਹਿ ਲੈ ਉਦਰਿਓ। ਵਾਹਿਗੁਰੂ ਜੀ ਕਾ ਖਾਲਸਾ, ਗੁਰੂ ਪਿਆਰੀ ਸਾਰੀ ਸਾਧ ਸੰਗਤ ਭਾਗੇ ਹੋ ਜਿਨ੍ਹਾਂ ਨੇ ਦਰਸ਼ਨਦਾਰ ਕੀਤੇ ਹਨ। ਅਮਾਵਸ ਦਾ ਦਿਹਾੜਾ ਮਨਾਇਆ ਹੋਣਾ, ਦੀਵਾਨ ਦੀ ਰਮਤਾ ਹੈ। 9 ਵਜੇ ਤੱਕ ਕੀਰਤਨ ਹੋਏਗਾ। ਉਪਰੰਤ ਢਾਡੀ ਦਰਬਾਰ ਸਜਣੇ ਹਨ। ਗੁਰੂ ਕੇ ਲੰਗਰਾਂ ਵਿੱਚ ਸੇਵਾ ਚੱਲ ਰਹੀ ਹੈ। ਤਨ ਮਨ ਧਨ ਨਾਲ ਕਰਕੇ ਜੀਵਨ ਸਫਲਾ ਬਣਾਓ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਬਰਫ ਜਾਮ ਜਾਂਦੀ ਕੋਲ ਨਹੀਂ ਕਰਨਾ।